ਮਾਲ थोड़ी आवाज़ घट लगती है माइक ਧੰਨ ਧੰਨ ਸਾਹਿਬੇ ਕਮਾਲ ਵਾਲੀਏ ਕੁਲ ਆਲਮ ਰਹਿਬਰ ਏ ਕਾਇਨਾਤ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੀ ਅਪਾਰ ਕਿਰਪਾ ਦੇ ਸਦਕਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਤਿਗੁਰ ਜੀ ਦੇ ਘਰ ਦੀ ਵਿਚਾਰ ਆਪਾਂ ਲਗਾਤਾਰ ਕਰਦੇ ਆ ਰਹੇ ਹਾਂ। ਗੁਰੂ ਮਾਲਕ ਜੀ ਨੇ ਤਰਸ ਕੀਤਾ ਆ ਕਿ ਅੱਜ ਚੌਥੇ ਦਿਨ ਦੀ ਵਿਚਾਰ ਆਪਾਂ ਨੇ ਕਰਨੀ ਹੈ ਜੀ। ਤੁਸੀਂ ਕੋਈ ਇੱਕ ਵਿਸ਼ਾ ਵੀ ਦੇ ਦੋਗੇ ਨਾ ਜੀ, ਇੱਕ ਵਿਸ਼ਾ ਕਿਸੇ ਕੋਈ ਵੀ ਚੀਜ਼ ਦਾ, ਜੇ ਆਪਾਂ ਗੁਰਬਾਣੀ ਟੂ ਅਕੋਰਡਿੰਗ ਬੋਲਣਾ ਹੋਵੇ ਤੇ ਉਹ ਵੀ ਨਹੀਂ ਮੁੱਕੇਗਾ। ਇੱਕ ਵਿਸ਼ਾ ਵੀ ਗੁਰੂ ਗ੍ਰੰਥ ਸਾਹਿਬ ਮਾਲਕ 'ਚ ਐਡਾ ਗਿਆਨ ਹੈ। ਹਲੇ ਆਪਾਂ ਇਹਨਾਂ 4 ਦਿਨਾਂ 'ਚ ਇੱਕ ਵੀ ਵਿਸ਼ਾ ਟੱਚ ਨਹੀਂ ਕੀਤਾ ਜੀ ਗੁਰੂ ਗ੍ਰੰਥ ਸਾਹਿਬ ਦਾ। ਪਹਿਲਾਂ ਮਨ ਸੀਗਾ ਕਿ ਵਿਸ਼ੇ ਬਣਾ ਕੇ ਆਪਾਂ ਗੱਲਾਂ ਕਰ ਲਈਏ, ਪਰ ਥੋੜ੍ਹਾ ਜਿਹਾ ਇਸ ਵਾਰੀ ਆਪਾਂ ਗਰਾਊਂਡ ਲੈਵਲ 'ਤੇ ਉਤਰੇ ਹੋਇਆ ਕਿ ਸਾਡੀ ਨੀਹਾਂ ਕਿੰਨੀਆਂ ਕੁ ਪੱਕੀਆਂ ਨੇ, ਅਸੀਂ ਬਾਹਰੀ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਬਾਰੇ ਕੀ ਜਾਣਦੇ ਹਾਂ। ਸਹਿਜ ਪਾਠ ਹੋ ਰਹੇ ਨੇ, ਅਖੰਡ ਪਾਠ ਸਾਹਿਬ ਹੋ ਰਹੇ ਨੇ, ਅਤੇ ਉਹਨਾਂ ਚੀਜ਼ਾਂ ਨੂੰ ਜਦੋਂ ਪੜ੍ਹਦੇ ਹਾਂ ਜਾਂ ਕੁਛ ਗੱਲਾਂ, ਹੁਣ ਇੰਨਾ ਕੁ ਤਾਂ ਜੋ ਹੈ ਜੀ ਕਿ ਜਿਹੜੀਆਂ ਬੀਬੀਆਂ ਸਹਿਜ ਪਾਠ ਕਰਦੀਆਂ, ਮੰਨ ਲਓ ਹੁਣ ਕੱਲ੍ਹ ਨੂੰ ਜਦੋਂ ਸਹਿਜ ਪਾਠ ਕਰਨਗੀਆਂ, ਜਦੋਂ ਉਹਨਾਂ ਦੇ ਸਾਹਮਣੇ ਜੁਮਲਾ ਸ਼ਬਦ ਆਏਗਾ ਅਤੇ ਉਹਨਾਂ ਨੂੰ ਉਹ ਗੱਲ ਯਾਦ ਆ ਜਾਣੀ ਜਿਹੜੀ ਆਪਾਂ ਇੱਥੇ ਬਹਿ ਕੇ ਕੀਤੀ ਹੈ। ਸੁਧੰਗ ਸ਼ਬਦ ਆਏਗਾ ਅਤੇ ਉਹ ਆਪਾਂ ਜਿਹੜੀ ਗੱਲ ਕੀਤੀ ਹੈ ਇੱਥੇ ਬਹਿ ਕੇ, ਇੰਨਾ ਕੁ ਹੁਣ ਹੋ ਸਕਦਾ। ਮੈਂ ਇਹ ਨਹੀਂ ਕਹਿਣਾ ਕਿ ਤੁਸੀਂ ਜੋ ਮੈਂ ਬੋਲਿਆ ਸਾਰਾ ਕੁਝ ਤੁਹਾਨੂੰ ਯਾਦ ਰਹੇਗਾ, ਪਰ ਜਦੋਂ ਚੱਲਦੀ ਗੁਰਬਾਣੀ ਦੇ ਵਿੱਚੋਂ ਕੋਈ ਗੱਲ ਆਏਗੀ, ਸਹਿਜ ਪਾਠ ਚੱਲਦੇ 'ਚੋਂ ਕੋਈ ਗੱਲ ਆਏਗੀ, ਕਿਤੇ ਨਾ ਕਿਤੇ ਜਾ ਕੇ ਇੱਥੇ ਬੈਠੀਆਂ ਬੈਠ ਕੇ ਕੀਤੀਆਂ ਹੋਈਆਂ ਗੱਲਾਂ ਸਾਨੂੰ ਉਹ ਯਾਦ ਆ ਜਾਣੀਆਂ ਕਿ ਆਹ ਗੱਲ ਅਸੀਂ ਇੱਦਾਂ ਸੁਣੀ ਹੈ, ਇਹ ਗੱਲ ਇੱਦਾਂ ਸਹੀ ਹੈ। ਇੰਨਾ ਕੁ ਤੁਸੀਂ ਫੈਸਲਾ ਕਰਨ ਜੋਗੇ ਹੋ ਜਾਓਗੇ। ਸੋ ਅੱਜ ਦੀ ਵਿਚਾਰ ਆਰੰਭ ਕਰੀਏ। ਅੱਜ ਵੀ ਬਹੁਤ ਕੁਛ ਸਤਿਗੁਰ ਜੀ ਨੇ ਸਾਡੀ ਝੋਲੀ 'ਚ ਪਾਉਣਾ ਹੈ ਜੀ, ਅਤੇ ਕਾਫੀ ਸਵਾਲ ਨੇ ਉਹ ਵੀ, ਕਿਉਂਕਿ ਦੇਖੋ ਜੀ ਇਹ ਸੱਚਾਈ ਹੈ। ਮੈਂ ਪਹਿਲਾਂ ਵੀ ਗੱਲ ਆਪਾਂ ਕਰਦੇ ਹਾਂ, ਕੱਲ੍ਹ ਨੂੰ ਕਥਾ ਤਾਂ ਹੋਣੀ ਆ, ਪਰ ਕੱਲ੍ਹ ਨੂੰ ਕਥਾ ਨਹੀਂ ਹੋਣੀ। ਸਮਝ ਗਏ ਮੇਰੀ ਗੱਲ ਜੀ ਤੁਸੀਂ? ਕੱਲ੍ਹ ਨੂੰ ਕਥਾ ਤਾਂ ਹੋਣੀ ਆ, ਪਰ ਕੱਲ੍ਹ ਨੂੰ ਕਥਾ ਬਾਹਰ ਭਾਂਡੇ ਖੜਕੀ ਜਾਣੇ ਜੀ, ਬਾਲਟੀਆਂ ਖੜਕੀ ਜਾਣੀਆਂ, ਇੱਧਰ ਟਾਈਮ ਦੇਖੀ ਜਾਣਾ ਕਿ ਲਓ ਜੀ, ਅਤੇ ਵੀਰ ਜੀ ਨੇ ਦੱਸ ਵੀ ਦਿੱਤਾ ਕਿ ਕਾਲੇ ਚਣੇ ਬਣਨੇ, ਖੀਰ ਬਣਨੀ ਹੈ, ਕੋਈ ਨੂਣ ਨਾ ਵੱਧ ਪੈ ਜਾਵੇ, ਮਿੱਠਾ ਨਾ, ਇਹ ਵੀ ਸਾਡੇ ਦਿਮਾਗ 'ਚ ਰਹਿਣਾ। ਇਸ ਕਰਕੇ ਅੱਜ ਜੇ 5 ਮਿੰਟ ਸਾਡੇ ਉੱਪਰ ਵੀ ਚਲੇ ਗਏ ਜੀ, ਬਹਿ ਕੇ ਸੁਣਿਓ। ਮੇਰਾ ਮਨ ਹੈ ਮੈਂ ਅੱਜ ਹੀ ਨੇੜੇ ਕਰ ਦੇਵਾਂ, ਕਾਫੀ ਕੁਛ ਅੱਜ ਦੇਣ ਦੀ ਕੋਸ਼ਿਸ਼ ਕਰਾਂ, ਕਿਉਂਕਿ ਮੈਨੂੰ ਪਤਾ ਕੱਲ੍ਹ ਨੂੰ ਟਿਕਾ ਨਹੀਂ ਬਣਨਾ ਜੀ। ਸੋ ਗੁਰੂ ਮਾਲਕ ਜੀ ਕਿਰਪਾ ਕਰਨ, ਸਤਿਗੁਰ ਜੀ ਮਿਹਰਮਤ ਕਰਨ। ਇੱਕ ਵਾਰੀ ਫਤਿਹ ਸਾਂਝੀ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਾਲਕ ਜੀ ਇੱਕ ਐਸੇ ਗੁਰੂ ਨੇ ਜੀ ਜਿਨ੍ਹਾਂ ਦਾ ਢਾਂਚਾ ਹੀ, ਮੈਂ ਵਾਰ-ਵਾਰ ਕਹਿ ਰਿਹਾ, ਸਾਨੂੰ ਬਹੁਤ ਕੁਛ ਸਿਖਾ ਰਿਹਾ ਆ। ਦੁਨੀਆ ਦੇ ਅੰਦਰ ਤੁਸੀਂ ਕੋਈ ਵੀ ਲਾਈਨ ਲੈ ਲਓ ਜੀ, ਕੋਈ ਵੀ ਡਿਪਾਰਟਮੈਂਟ ਲੈ ਲਓ, ਹਰ ਇੱਕ ਡਿਪਾਰਟਮੈਂਟ ਦੇ ਅੰਦਰ ਇਹ ਗੱਲ ਦੀ ਦੌੜ ਲੱਗੀ ਹੋਈ ਹੈ ਕਿ ਉਹ ਬੰਦਾ ਮੇਰੇ ਤੋਂ ਅੱਗੇ ਨਾ ਨਿਕਲ ਜਾਵੇ। ਮੈਂ ਕਿਸੇ ਦੀ ਗੱਲ ਨਹੀਂ ਕਰਨੀ, ਮੈਂ ਆਪਣੀ ਪ੍ਰਚਾਰਕ ਲਾਈਨ ਦੀ ਗੱਲ ਵੀ ਕਰ ਲਵਾਂ ਨਾ ਜੀ। ਸਾਡੇ ਪ੍ਰਚਾਰਕਾਂ ਵਿੱਚ ਵੀ ਈਰਖਾ ਚੱਲਦੀ ਹੈ ਕਿ ਇੱਕ ਪ੍ਰਚਾਰਕ ਮੇਰੇ ਤੋਂ ਅੱਗੇ ਨਾ ਨਿਕਲ ਜਾਵੇ, ਦੂਜੇ ਪ੍ਰਚਾਰਕ ਦੀ ਚੜ੍ਹਾਈ ਨਾ ਹੋ ਜਾਵੇ। ਸਾਡੇ ਪ੍ਰਚਾਰਕ ਲਾਈਨ ਦੇ ਵਿੱਚ ਵੀ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਗੱਲ ਚੱਲਦੀ ਰਹਿੰਦੀ, ਤੁਸੀਂ ਕੋਈ ਵੀ ਡਿਪਾਰਟਮੈਂਟ ਲੈ ਲਓ। ਪਰ ਮੈਂ ਗੁਰੂ ਨਾਨਕ ਅਤੇ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਤੋਂ ਹੈਰਾਨ ਹੋ ਗਿਆ। ਇੱਥੇ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੇ ਅੰਦਰ ਸਭ ਤੋਂ ਜੇ ਪੁਰਾਣੀ ਬਾਣੀ ਕਿਸੇ ਦੀ ਹੈ, ਉਹ ਹੈ 1170 ਵਿੱਚ ਪੈਦਾ ਹੋਏ ਬਾਬਾ ਜੈ ਦੇਵ ਜੀ ਦੀ। ਕਿੰਨੇ 'ਚ ਆ ਜੀ? 1100। ਬੋਲੋ ਜੀ 1100। ਬੋਲਦੇ ਨਹੀਂ 1100। ਅਤੇ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪ੍ਰਕਾਸ਼ ਕਦੋਂ ਹੈ ਜੀ? 1469। 70 ਲਾ ਕੇ ਚੱਲੋ, ਕਿੰਨੇ ਸਾਲ ਬਣ ਗਏ ਜੀ? 300 ਸਾਲ ਬਣ ਜਾਂਦੇ ਆ। 300 ਸਾਲ ਪੁਰਾਣੀ ਗੱਲ ਮਾਲਕ ਲੈ ਕੇ ਆ ਰਹੇ ਆ।
1173 ਚ ਬਾਬੇ ਫਰੀਦ ਦਾ ਜਨਮ ਹੈ। ਕਮਾਲ ਦੀ ਗੱਲ ਆ, 298 299 ਸਾਲ ਪੁਰਾਣੀ ਗੱਲ। ਅਸੀਂ ਕਹਿੰਦੇ ਬਾਬਾ ਨਾਨਕ ਇਹ ਵੀ ਤਾਂ ਸੋਚ ਸਕਦਾ ਸੀਗਾ, ਬਾਬੇ ਨਾਨਕ ਤੋਂ ਪਹਿਲਾਂ ਕਈ ਭਗਤ ਹੁੰਦੇ ਨੇ, ਕਈ ਬਾਬੇ ਦੇ ਸਮਕਾਲੀ ਨੇ। ਬਾਬਾ ਕਹਿੰਦਾ ਮੈਂ ਗੱਲ ਕਰਾਂ, ਸਟਾਰਟ ਮੇਰੀ ਬਾਣੀ ਤੋਂ ਹੋਵੇ ਗੱਲ। ਕਿਉਂਕਿ ਯਾਦ ਰੱਖੋ ਇਹਨਾਂ ਭਗਤਾਂ ਦੇ ਸ਼ਬਦ ਤਾਂ ਸੀ, ਇਹ ਰੱਬੀ ਬਾਣੀ ਤਾਂ ਸੀ, ਪਰ ਇਹਨਾਂ ਸ਼ਬਦਾਂ ਦੇ ਨਾਲ ਹਾਲੇ ਤੱਕ ਕਿਸੇ ਨੇ ਗੁਰੂ ਸ਼ਬਦ ਬੋਲੋ ਜੀ ਨਹੀਂ ਲਾਇਆ ਸੀਗਾ। ਮਿਹਨਤ ਮੈਂ ਕਰ ਰਿਹਾ ਤੇ ਮੈਂ ਕਿਸੇ ਨੂੰ ਕ੍ਰੈਡਿਟ ਕਿਉਂ ਦੇਵਾਂ ਆਪਣੀ ਮਿਹਨਤ ਦਾ, ਮੇਰੀ ਸੋਚ ਇਹ ਹੈ। ਪਰ ਬਾਬਾ ਨਾਨਕ ਕਹਿੰਦਾ ਮਿਹਨਤ ਮੈਂ ਕਰਾਂਗਾ, ਕੋਈ ਗੱਲ ਨਹੀਂ। ਮੈਂ ਥਾਂ ਥਾਂ ਤੇ ਪ੍ਰਚਾਰਕ ਫੇਰੀਆਂ ਕਰਾਂਗਾ, ਕੋਈ ਗੱਲ ਨਹੀਂ। ਮੈਂ ਥਾਂ ਥਾਂ ਤੇ ਘੁੰਮਾਂਗਾ, ਕੋਈ ਗੱਲ ਨਹੀਂ। ਪਰ ਜੇ ਮੇਰੇ ਤੋਂ ਪਹਿਲਾਂ 300 ਸਾਲ ਪਹਿਲਾਂ ਵੀ ਕੋਈ ਸੱਚ ਦੀ ਗੱਲ ਕਰਕੇ ਗਿਆ ਆ, ਤੇ ਉਹਦੀ ਸੱਚ ਦੀ ਗੱਲ ਨੂੰ ਵੀ ਮੈਂ ਗੁਰੂ ਗ੍ਰੰਥ ਸਾਹਿਬ ਮਾਲਕ ਦਾ ਸ਼ਿੰਗਾਰ ਬਣਾਉਣਾ ਆ। ਇੱਥੋਂ ਇਹ ਸਿੱਖੀਏ ਸੀ ਕਿ ਇੱਕ ਦੂਜੇ ਦੀਆਂ ਲੱਤਾਂ ਨਹੀਂ, ਇੱਕ ਦੂਜੇ ਨੂੰ ਸਪੋਰਟ ਕਰਨੀ ਸਿੱਖੀਏ। ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੇ ਅੰਦਰ ਇੱਕ ਸਦੀ ਦਾ ਨਹੀਂ, ਘੱਟੋ ਘੱਟ 7-8 ਸਦੀਆਂ ਦਾ ਗਿਆਨ ਹੈ। 1170 ਬਾਬਾ ਜੈਦੇਵ ਆ ਤੇ 1675 ਸ਼ਹੀਦੀ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ। ਹੁਣ ਲਾ ਲਓ ਕਿੰਨਾ ਸਮਾਂ ਬਣ ਜਾਂਦਾ ਆ, ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸਮਾਂ ਕਿੱਥੇ ਜਾ ਕੇ ਆਉਂਦਾ ਆ, ਇਸ ਗੱਲ ਨੂੰ ਸਮਝਿਓ। ਦੂਜੀ ਗੱਲ, ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਾਂ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਨੇ, ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਜਿੱਦਾਂ ਜਿੱਦਾਂ ਕਿਸੇ ਦਾ ਨਾਮ ਸੀਗਾ, ਸਤਿਗੁਰ ਨੇ ਕਿਸੇ ਦਾ ਨਾਮ ਨਹੀਂ ਬਦਲਿਆ। ਕਿੰਨੇ ਭਗਤ ਆ ਜੀ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੇ ਅੰਦਰ? ਹਾਂਜੀ ਬੋਲਿਓ, 15 ਭਗਤ ਹੈ। 14 ਭਗਤਾਂ ਦੇ ਨਾਲ ਸਤਿਗੁਰ ਨੇ ਭਗਤ ਸ਼ਬਦ ਲਾਇਆ ਜੀ। ਕੀ ਸ਼ਬਦ ਲਾਇਆ ਬੋਲੋ ਜੀ, ਕੀ ਸ਼ਬਦ ਹੈ 14 ਭਗਤਾਂ ਦੇ ਨਾਲ? ਭਗਤ ਸ਼ਬਦ ਹੈ। ਬਾਬੇ ਫਰੀਦ ਦੇ ਨਾਮ ਦੇ ਨਾਲ ਕਿਤੇ ਵੀ ਭਗਤ ਸ਼ਬਦ, ਗੁਰੂ ਗ੍ਰੰਥ ਸਾਹਿਬ 'ਚ ਬਾਬੇ ਫਰੀਦ ਦੇ ਸ਼ਬਦ ਦੇ ਨਾਲ ਸ਼ੇਖ ਫਰੀਦ ਆਏਗਾ, ਕਿਤੇ ਭਗਤ ਸ਼ਬਦ ਨਹੀਂ ਆਏਗਾ। ਬਾਬਾ ਕਹਿੰਦਾ ਦੁਨੀਆ 'ਚ ਤੇਰੀ ਪਦਵੀ ਹੈ ਸ਼ੇਖ ਦੀ, ਲੋਕ ਤੈਨੂੰ ਸ਼ੇਖ ਫਰੀਦ ਕਹਿੰਦੇ ਆ, ਤੇ ਜੇ ਤੈਨੂੰ ਲੋਕ ਸ਼ੇਖ ਫਰੀਦ ਕਹਿੰਦੇ ਆ, ਗੁਰੂ ਗ੍ਰੰਥ ਸਾਹਿਬ ਮਾਲਕ ਅੰਦਰ ਵੀ ਤੈਨੂੰ ਸ਼ੇਖ ਫਰੀਦ ਕੀ ਦਰਜ ਕਰਾਂਗਾ। ਇਹ ਨਿੱਕੀ ਨਿੱਕੀਆਂ ਗੱਲਾਂ ਨੇ ਆਪਾਂ ਜੇ ਸੋਚਾਂਗੇ, ਪਰ ਇਹਨਾਂ ਦੀ ਵਿਚਾਰ ਬੜੀ ਡੂੰਘੀ ਹੈ। ਸਤਿਗੁਰ ਨੇ ਸਾਹਮਣੇ ਰੱਖ ਦਿੱਤਾ ਜੀ। ਸੁਣਿਓ ਢਾਂਚਾ, ਸਭ ਤੋਂ ਪਹਿਲਾ ਰਾਗ ਜਦੋਂ ਆਦਿ ਪੀੜ ਤਿਆਰ ਹੁੰਦੀ ਹੈ, ਸ਼੍ਰੀ ਰਾਗ ਹੈ, ਲਾਸਟ ਵਾਲਾ ਰਾਗ। ਜਦੋਂ 974 ਅੰਗ ਗੁਰੂ ਗ੍ਰੰਥ ਸਾਹਿਬ ਮਾਲਕ ਦੇ ਪ੍ਰਕਾਸ਼ ਹੁੰਦੇ ਆ, ਉਦੋਂ ਲਾਸਟ ਵਾਲਾ ਪ੍ਰਭਾਤੀ ਹੈ। ਸ਼੍ਰੀ ਦਾ ਅਰਥ ਪੜ੍ਹ ਕੇ ਦੇਖਿਓ, ਹਨੇਰਾ। ਪ੍ਰਭਾਤੀ ਦਾ ਅਰਥ ਹੁੰਦਾ ਪ੍ਰਭਾਤ, ਚਾਨਣ। ਤੇ ਮੇਰਾ ਮਾਲਕ ਕਹਿੰਦਾ ਉਹ ਹਨੇਰੇ ਤੋਂ ਸ਼ੁਰੂ ਕਰ, ਉਦੋਂ ਸ਼੍ਰੀ ਤੋਂ ਸ਼ੁਰੂ ਕਰੇਗਾ ਬਾਣੀ, ਪੜ੍ਹਦਾ 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 ਚੜ੍ਹੇਗਾ, ਤੇ ਮਾਲਕ ਜੀ ਕਹਿੰਦੇ ਤੇਰੇ ਜੀਵਨ 'ਚ ਇੱਕ ਦਿਨ ਪ੍ਰਭਾਤ ਆ ਜਾਣੀ ਹੈ। ਸਤਿਗੁਰ ਦੀ ਰਾਗਾ ਦੀ ਤਰਤੀਬ ਵੀ ਜੀਵਨ ਦੇਗੀ। ਕੱਲ ਆਪਾਂ ਨੇ ਗੱਲ ਕੀਤੀ ਸੀਗੀ ਜੀ ਕਿੰਨੇ ਰਾਗ ਨੇ ਗੁਰੂ ਗ੍ਰੰਥ ਸਾਹਿਬ 'ਚ? ਬੋਲਿਓ ਜੀ ਕਿੰਨੇ ਰਾਗ ਹੈ? 31 ਰਾਗ ਹੈ। ਆਪਾਂ ਇਹੀ ਪੜ੍ਹਦੇ ਆ ਜੀ। ਪਰ ਜਦੋਂ ਡੂੰਘਾ ਉਤਰੋਗੇ, ਡੂੰਘਾ ਉਤਰ ਕੇ ਪਤਾ ਲੱਗੇਗਾ, ਨਾ ਕਰਦੇ ਤੁਸੀਂ ਜਦੋਂ ਪੜ੍ਹੋਗੇ ਨਾ ਗੁਰਬਾਣੀ ਨੂੰ, ਕੱਲੀਆਂ ਗੌੜੀ ਦੀਆਂ 12 ਕਿਸਮਾਂ ਨੇ ਗੁਰੂ ਗ੍ਰੰਥ ਸਾਹਿਬ 'ਚ। ਕਿੰਨੀਆਂ ਕਿਸਮਾਂ ਜੀ ਗੌੜੀ ਦੀਆਂ? 12। ਮੋਟੀਆਂ ਮੋਟੀਆਂ ਆਪਾਂ ਬੋਲ ਲੈਂਦੇ ਆ ਜੀ। ਗੌੜੀ ਗੁਰਾਰੇਰੀ, ਗੌੜੀ ਬੈਰਾਗਣ, ਗੌੜੀ ਭੀ, ਗੌੜੀ ਸੌਰਠ, ਗੌੜੀ ਮਾਲਾ, ਗੌੜੀ ਮਾਲਵਾ, ਗੌੜੀ ਦੀਪਕੀ, ਗੌੜੀ ਪੂਰਬੀ। ਇੱਦਾਂ ਦੀਆਂ ਕਰਦੇ ਕਰਦੇ ਕਿੰਨੀਆਂ ਕਿਸਮਾਂ ਜੀ? 12। ਹੁਣ ਨੋਟ ਕਰਿਓ, ਆਸਾ ਰਾਗ ਗੁਰੂ ਗ੍ਰੰਥ ਸਾਹਿਬ 'ਚ ਹੈਗਾ ਆ, ਪਰ ਆਸਾ ਰਾਗ ਦੇ ਵਿੱਚ ਇੱਕ ਹੋਰ ਕਿਸਮ ਹੈ ਆਸਾਵਰੀ। ਸੂਹੀ ਰਾਗ ਗੁਰੂ ਗ੍ਰੰਥ ਸਾਹਿਬ 'ਚ ਹੈਗਾ ਆ, ਪਰ ਲਲਿਤ ਸੂਹੀ ਰਾਗ ਵੀ ਸਤਿਗੁਰ ਨੇ ਵਰਤਿਆ ਆ। ਤਿਲੰਗ ਰਾਗ ਗੁਰੂ ਗ੍ਰੰਥ ਸਾਹਿਬ 'ਚ ਹੈਗਾ ਆ, ਤਿਲੰਗ ਦੇ ਨਾਲ ਮੇਰੇ ਮਾਲਕ ਨੇ ਕਾਫੀ ਸ਼ਬਦ ਵੀ ਲਾਇਆ ਆ। ਸਤਿਗੁਰ ਜੀ ਨੇ ਸਾਨੂੰ ਰਾਗ ਦਿੱਤੇ, ਤੇ ਮਾਲਕ ਨੇ ਰਾਗਾਂ ਦੇ ਨਾਲ ਸਾਨੂੰ ਜਦੋਂ ਅਸੀਂ ਦੇਖਾਂਗੇ, ਵਿਭਾਸ ਸ਼ਬਦ ਵੀ ਸਤਿਗੁਰ ਨੇ ਪਾਇਆ, ਹਿੰਡੋਲ ਸ਼ਬਦ ਵੀ ਸਤਿਗੁਰ ਨੇ ਪਾਇਆ ਆ। ਇਹ ਵੀ ਰਾਗਾਂ ਦੀਆਂ ਕਿਸਮਾਂ ਸਾਨੂੰ ਸਤਿਗੁਰ ਨੇ ਗੁਰੂ ਗ੍ਰੰਥ ਸਾਹਿਬ ਮਾਲਕ ਦੀ ਬਾਣੀ 'ਚ ਪਰੋਸ ਕੇ ਦਿੱਤੀਆਂ ਹੈ। ਠੀਕ ਹੈ ਜੀ, ਇਹ ਰਾਗਾਂ ਦੀਆਂ ਕਿਸਮਾਂ ਨੇ। ਰਾਗਾਂ ਦਾ ਵੇਰਵਾ ਵੀ ਕਿੱਡਾ ਵੱਡਾ ਹੋ ਗਿਆ। ਕੱਲਾ 31 ਨਹੀਂ, 31 ਦੀਆਂ ਅੱਗੇ ਕਿਸਮਾਂ ਵੀ। ਮੋਟੇ ਤੌਰ ਤੇ 31 ਦਾ ਸੈੱਟ ਹੈ, ਪਰ 31 ਦੇ ਸੈੱਟ ਵਿੱਚ ਵੀ ਬਹੁਤ ਕੁਛ ਹੈ। ਹੁਣ ਅੱਗੇ ਚਲਿਓ ਜੀ। ਮੈਂ ਅੱਜ ਉਪਦੇਸ਼ ਵੱਲ ਵੀ ਤੁਰਨਾ ਕਿ ਗੁਰੂ ਗ੍ਰੰਥ ਸਾਹਿਬ ਮਾਲਕ ਦਾ ਕੀ ਕੀ ਉਪਦੇਸ਼ ਹੈ। ਅਸੀਂ ਉਲਝ ਕੇ ਰਹਿ ਗਏ ਹਾਂ ਜੀ, ਮਾਫ ਕਰਿਓ ਮੈਨੂੰ।
ਉਲਝ ਕੇ ਅਸੀਂ ਕਿੱਦਾਂ, ਜਾਂ ਅਸੀਂ ਸੱਚ ਨੂੰ ਹਾਲੇ ਤੱਕ ਪ੍ਰਵਾਨ ਨਹੀਂ ਕੀਤਾ ਜੀ, ਜਾਂ ਕਰਨਾ ਨਹੀਂ ਚਾਹੁੰਦੇ। ਗੁਰੂ ਗ੍ਰੰਥ ਸਾਹਿਬ ਮਾਲਕ ਦੀ ਬਾਣੀ ਅਸੀਂ ਜਦੋਂ ਪੜ੍ਹਦੇ ਹਾਂ ਜੀ, ਕਿੰਨੇ ਅੰਗ ਆ ਜੀ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੇ? ਉੱਚੀ ਬੋਲੋ ਜੀ, ਕਿੰਨੇ ਅੰਗ ਆ ਜੀ? 1400 ਤੇ 30 ਦਾ ਅੱਧ ਕਿੰਨਾ ਹੁੰਦਾ ਜੀ? ਬੋਲਿਓ, 30 ਦਾ ਅੱਧ ਕਿੰਨਾ ਜੀ? 15। ਹਾਂ ਇੱਦਾਂ ਬੋਲਿਆ ਕਰੋ ਮਾਤਾ ਜੀ ਮੰਗੋ, ਕਿੰਨਾ ਜੀ 30 ਦਾ ਅੱਧ? 15। ਤੇ ਮਤਲਬ ਕਿ ਜੇ 1430 ਦਾ ਅੱਧ ਕਰੋਗੇ 700, ਫਿਰ 705 ਤੇ ਮੱਧ ਦੀ ਅਰਦਾਸ ਕਿਉਂ ਕਰੀ ਜਾਂਦੇ ਹੋ? ਜਵਾਬ ਦਿਓ। ਇਹਦਾ ਮਤਲਬ ਮੈਥ 'ਚੋਂ ਆਪਾਂ ਸਾਰੇ ਕਮਜ਼ੋਰ ਹੈ। 1430 ਮੈਂ ਕਰਦਾ, 1430 ਪੜ੍ਹ ਲਿਆ ਜੀ, 1407 ਤੇ ਮੱਧ ਦਾ ਕਿਉਂ ਭੋਗ ਪਾਉਂਦੇ ਹੋ? ਕਿ ਅਸੀਂ ਪ੍ਰਕਾਸ਼ ਦਿਹਾੜੇ ਨੂੰ ਇੰਨੇ ਕੁ ਅਸੀਂ ਸਮਰਪਿਤ ਹੋ ਗਏ ਹਾਂ ਜੀ, ਸਿੱਖ ਲਿਆ। ਸਾਡੇ ਘਰ 'ਚ ਅਖੰਡ ਪਾਠ ਸਾਹਿਬ ਚੱਲੇ, ਅਸੀਂ ਕਹੀਏ ਨਹੀਂ ਭਾਈ ਸਾਹਿਬ ਤੁਸੀਂ ਮੱਧ ਸ਼ਬਦ ਨਹੀਂ ਵਰਤਣਾ, ਹਾਂ ਅਰਦਾਸ ਕਰੋ, ਪ੍ਰਸ਼ਾਦ ਤਿਆਰ ਕਰਾ ਦਿਓ, ਸੰਗਤ ਨੇ ਆਉਣਾ ਆ, ਪਰ ਗੁਰੂ ਗ੍ਰੰਥ ਸਾਹਿਬ ਮਾਲਕ ਦਾ ਕੋਈ ਮੱਧ ਦਾ ਭੋਗ ਜਾਂ ਮੱਧ ਦੀ ਅਰਦਾਸ ਆਪਾਂ ਨੇ, ਬੋਲੋ ਜੀ, ਹਾਂਜੀ ਮਰਿਆਦਾ ਵਿੱਚ ਵੀ ਨਹੀਂ ਹੈਗੀ। ਹੁਣ ਮਜਬੂਰ ਹੈ ਜੀ, ਅਸੀਂ ਨਹੀਂ ਕਰਦੇ, ਫਿਰ ਜੀ ਅਸੀਂ ਪ੍ਰਧਾਨ ਜੀ ਨੂੰ ਫੋਨ ਕਰ ਦਾਂ, ਕਿਸੇ ਨੂੰ ਫੋਨ ਕਰ, ਮੈਂ ਤਾਂ ਕਈ ਵਾਰ ਮਨਾ ਕਰ ਦਿੰਦਾ ਕਿ ਨਹੀਂ ਕਰਨੀ ਜੀ ਅਸੀਂ, ਜਾਂ ਫਿਰ ਲਾਲਚ ਕਹਿ ਲਓ, ਸਾਨੂੰ ਵੀ ਲਾਲਚ ਹੋ ਜਾਂਦਾ ਕਿ ਆਰੰਭਤਾ ਦਾ ਵੀ 100 ਰੁਪਈਆ, ਮੱਧ ਦਾ ਵੀ 100 ਰੁਪਈਆ ਤੇ ਸਮਾਪਤੀ ਦਾ ਵੀ 100 ਰੁਪਏ, 300 ਮੈਂ ਕਿਉਂ ਖਰਾਬ ਕਰਾਂ? ਮੈਂ ਆਪਣੀ ਗੱਲ ਕਰੂੰਗਾ, ਮੈਂ ਕਿਸੇ ਦੀ ਗੱਲ ਕਿਉਂ ਕਰਨੀ? ਪਰ ਅਸੀਂ ਨਿੱਕੇ ਨਿੱਕੇ ਨੁਕਤੇ ਸਿੱਖਣੇ ਆ ਜੀ, ਕਿ ਨਹੀਂ ਭਾਈ ਅਸੀਂ ਅਖੰਡ ਪਾਠ ਸਾਹਿਬ ਰਖਾ ਲਿਆ, ਅਸੀਂ ਸਹਿਜ ਪਾਠ ਰਖਾ ਲਿਆ, ਅਸੀਂ ਮੱਧ ਦਾ ਭੋਗ, ਬੋਲੋ ਜੀ, ਮੱਧ ਦਾ ਭੋਗ ਨਹੀਂ ਪਾਉਣਾ। ਉੱਥੇ ਇੱਕ ਪੰਕਤੀ ਨੂੰ ਲੈ ਕੇ ਤੁਸੀਂ ਅਸੀਂ ਏਡੀ ਕੰਟਰੋਵਰਸੀ ਖੜੀ ਕਰ ਲਈ ਆ ਜੀ, ਇਹ ਪੰਕਤੀ ਆ ਗਈ, ਉੱਦਾਂ ਦੀ ਪੰਕਤੀਆਂ ਇੱਕ ਨਹੀਂ, ਉੱਦਾਂ ਦੀ ਪੰਕਤੀਆਂ ਪਤਾ ਨਹੀਂ ਕਿੰਨੀਆਂ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਨੇ। ਹਾਂਜੀ, ਉਹਦੇ ਅਰਥ ਵੀ ਹੋਰ ਨੇ। ਆਪਾਂ ਜਦੋਂ ਅਰਥ ਵੀ ਤੁਸੀਂ ਪੜ੍ਹੋਗੇ 705 ਦੀ ਆਪਣੀ ਵਾਰ ਸ਼ੁਰੂ ਹੁੰਦੀ ਹੈ, ਤੇ ਉਹਦੇ ਵਿੱਚ ਸਤਿਗੁਰ ਉਸ ਪਰਮਾਤਮਾ ਦੀ ਗੱਲ ਕੀਤੀ ਹੈ ਕਿ ਪਰਮਾਤਮਾ ਆਦਿ ਵਿੱਚ ਵੀ ਹੈ, ਪਰਮਾਤਮਾ ਜਿਵੇਂ ਤੁਸੀਂ ਕਹਿ ਲਓ ਕਿ ਆਦਿ ਸੱਚ ਜੁਗਾਦ ਸੱਚ ਦੇ ਅਰਥ ਕੀਤੇ ਹੋਏ ਨੇ ਉੱਥੇ। ਅੱਗੇ ਚਲੋ ਜੀ, ਹੁਣ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੇ ਅੰਦਰ ਇੱਕ ਲੌਕ ਸਿਸਟਮ ਬੜਾ ਪਿਆਰਾ ਹੈ। ਕੋਈ ਵੀ ਦੁਨੀਆ ਦੇ ਗ੍ਰੰਥ ਵਿੱਚ ਲੌਕ ਸਿਸਟਮ ਨਹੀਂ ਹੈਗਾ। ਜ਼ਿਆਦਾ ਨਹੀਂ ਆਪਾਂ ਖੋਲ੍ਹਣੀਆਂ ਗੱਲਾਂ, ਕਈ ਕਹਿਣਗੇ ਲੋ ਇਹ ਨਿੱਕੀ ਨਿੱਕੀ ਗੱਲਾਂ ਕਰਨ ਦੀ ਕੀ ਲੋੜ ਹੈ ਜੀ। ਉਪਦੇਸ਼ ਸੁਣਿਓ ਅੱਜ ਗੁਰੂ ਗ੍ਰੰਥ ਸਾਹਿਬ ਮਾਲਕ ਨੇ ਕਿਹਨੂੰ ਕਿਹਨੂੰ ਕੀ ਉਪਦੇਸ਼ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦਾ ਤੁਸੀਂ 26 ਨੰਬਰ ਅੰਗ ਚੈੱਕ ਕਰੋ ਜੀ। ਕਿੰਨਾ ਨੰਬਰ ਜੀ? 26 ਨੰਬਰ। ਉੱਥੇ ਜਦੋਂ 26 ਨੰਬਰ ਦੇ ਉੱਤੇ ਜਦੋਂ ਗੁਰੂ ਨਾਨਕ ਦੀ ਬਾਣੀ ਸਮਾਪਤ ਹੁੰਦੀ ਹੈ, 2 ਡੰਡੀਆਂ 4 ਉਹਨਾਂ ਨੇ ਪਾਇਆ, 4 ਮੀਨਸ 4 ਪੰਕਤੀਆਂ, 4 ਪਦਿਆਂ ਵਾਲਾ ਸ਼ਬਦ, 2 ਡੰਡੀਆਂ ਪਾ ਕੇ ਉਹਨਾਂ ਨੇ ਸ਼ਬਦ ਪਾ ਦਿੱਤਾ 33, 2 ਡੰਡੀਆਂ ਬੰਦ। ਇਹਦਾ ਮਤਲਬ ਕੀ ਹੈ ਜੀ ਕਿ 26 ਅੰਗ ਦੇ ਉੱਤੇ ਗੁਰੂ ਨਾਨਕ ਦੇ ਸ਼ਬਦ ਸਮਾਪਤ ਹੋ ਗਏ ਨੇ। ਇਹ 4 ਪੰਕਤੀਆਂ ਵਾਲਾ ਇਹ ਸ਼ਬਦ ਸੀਗਾ। ਟੋਟਲੀ ਸ਼ਬਦ ਕਿੰਨੇ ਆ ਜੀ? ਉੱਚੀ ਬੋਲੋ ਜੀ, ਕਿੰਨੇ ਆ ਜੀ? 33। 26 ਤੋਂ ਬਾਅਦ ਤੁਸੀਂ ਟਰਾਈ ਕਰਨੀ ਹੈ, ਜਾ ਕੇ ਘਰ ਜਾ ਕੇ ਤੁਸੀਂ ਨੋਟ ਵੀ ਕਰ ਲਓ ਜੀ। 39 ਨੰਬਰ ਤੁਸੀਂ ਜਾ ਕੇ ਅੰਗ ਚੈੱਕ ਕਰਨਾ ਜੀ। ਉੱਥੇ ਕੀ ਲਿਖਿਆ ਹੋਇਆ? ਉੱਥੇ ਲਿਖਿਆ ਹੋਇਆ ਕਿ ਭਾਈ ਉਹਨਾਂ ਨੇ ਫਿਰ ਪਾ ਦਿੱਤਾ ਗਿਆ 4। 4 ਦਾ ਅਰਥ ਕੀ ਹੈ ਜੀ? ਇਹ 4 ਪੰਕਤੀਆਂ ਵਾਲਾ ਸ਼ਬਦ ਆ ਜੀ। 2 ਡੰਡੀਆਂ ਉਹਨਾਂ ਨੇ ਅੱਗੇ ਪਾਤਾ ਜੀ 31। 31 ਦਾ ਅਰਥ ਹੈ ਇਹ ਸ਼ਬਦ 31 ਕਿਹਦੇ ਆ ਜੀ? ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ 2 ਡੰਡੀਆਂ ਪਾ ਕੇ ਉਹਨਾਂ ਨੇ ਸ਼ਬਦ ਪਾਤਾ 64। 33 ਤੇ 31 ਕਿੰਨੇ ਹੋ ਗਏ ਜੀ? 64। ਅੱਗੇ ਆ ਜਾਓ ਜੀ। 39 ਤੋਂ ਬਾਅਦ 42 ਨੰਬਰ ਅੰਗ ਤੇ 2 ਡੰਡੀਆਂ ਪਾਈਆਂ ਹੋਈਆਂ ਜੀ, 33 ਸ਼ਬਦ ਕਿਹਦੇ ਆ ਜੀ? ਗੁਰੂ ਅਮਰਦਾਸ ਪਾਤਸ਼ਾਹ ਦੇ। 31 ਕਿਹਦੇ ਆ ਜੀ? ਉੱਥੇ ਹੁਣ ਆਰੰਭਤਾ ਕਿੱਥੋਂ ਗਈ? 31 ਤੋਂ 2 ਡੰਡੀਆਂ 31, 2 ਡੰਡੀਆਂ ਉਹਨਾਂ ਨੇ ਫਿਰ 33, 2 ਡੰਡੀਆਂ 6 ਸ਼ਬਦ ਕਿਹਦੇ ਆ ਜੀ? ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ। 2 ਡੰਡੀਆਂ ਉਹਨਾਂ ਨੇ ਅੱਗੇ ਗਿਣਤੀ ਪਾਤੀ 70। ਇਹ ਕੀ ਹੈ ਜੀ? ਲੌਕ ਸਿਸਟਮ। ਹੁਣ ਅੱਗੇ ਆ ਜਾਓ ਜੀ। 26 ਨੰਬਰ ਅੰਗ, 39 ਨੰਬਰ ਅੰਗ, 42 ਨੰਬਰ ਅੰਗ, ਅੱਗੇ ਆ ਜਾਓ 53 ਨੰਬਰ ਅੰਗ ਤੇ। ਉੱਥੇ ਤੁਸੀਂ ਦੇਖੋ ਬੜੇ ਹੈਰਾਨ ਹੋ ਜਾਓਗੇ। ਉੱਥੇ ਉਹਨਾਂ ਨੇ ਸਤਿਗੁਰ ਨੇ ਕੀਤਾ ਹੋਇਆ ਜੀ 4 ਪਾ ਦਿੱਤਾ ਗਿਆ। 4 ਤੋਂ ਬਾਅਦ ਸਤਿਗੁਰ ਨੇ 2 ਡੰਡੀਆਂ 30। 30 ਦਾ ਅਰਥ ਕੀ ਹੈ ਜੀ? ਇਹ 30 ਸ਼ਬਦ ਕਿਹਦੇ ਆ? ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ। 2 ਡੰਡੀਆਂ ਪਾ ਕੇ ਉਹਨਾਂ ਨੇ 100 ਕਰਤਾ। 70 ਵਾਲੇ ਪਿਛਲੇ ਚੱਕ ਲਏ, 30 ਆਹ ਚੱਕ ਲਏ, ਟੋਟਲੀ ਗਿਣਤੀ 100 ਕਰਤੀ। ਮਤਲਬ ਕਹਿੰਦੇ ਇੱਥੇ ਹੁਣ ਸਾਰਾ ਕੁਝ ਕਲੀਅਰ ਆ। 100 ਤੋਂ ਨਾ ਤਾਂ 99 ਹੋ ਸਕਦੇ ਆ, 100 ਤੋਂ ਨਾ ਤਾਂ
101 ਹੋ ਸਕਦਾ। ਦੁਨੀਆ ਦਾ ਕੋਈ ਗ੍ਰੰਥ ਨਹੀਂ ਹੈ ਜਿਹੜਾ ਕਿ ਐਸਾ ਲੌਕ ਸਿਸਟਮ ਹੋਵੇ। ਮੈਂ ਆਪ ਜੀ ਨੂੰ ਦੱਸਿਆ ਜਿੱਦਣ ਗੀਤਾ ਉਚਾਰਨ ਕੀਤੀ ਗਈ ਉਦਣ 8000 ਸ਼ਲੋਕ ਸੀਗੇ, ਅੱਜ ਗੀਤਾ ਦੇ 24000 ਸ਼ਲੋਕ ਹੈ। ਹੁਣ ਤੁਸੀਂ ਲਾ ਲਓ ਕਿੱਡੀ ਮਿਲਾਵਟ ਹੋਈ ਹੋਣੀ, ਕਿੰਨਾ ਕੁਛ ਹੋਇਆ ਹੋਣਾ ਹੈ, ਕਿੱਡੀ ਮਿਲਾਵਟ ਹੈ। ਇਹ ਸਤਿਗੁਰ ਦੇ ਘਰ ਦਾ ਲੌਕ ਸਿਸਟਮ ਵੀ ਬੜਾ ਪਿਆਰਾ ਆ, ਇਹਦੇ ਵਿੱਚੋਂ ਵੀ ਕੁਝ ਸਿੱਖਣਾ ਆਪਾਂ ਨੇ। ਹੁਣ ਸਤਿਗੁਰ ਜੀ ਅੱਗੇ ਬਖਸ਼ਿਸ਼ ਕਰਦੇ ਆ, ਅੱਗੇ ਸਾਡੀ ਝੋਲੀ 'ਚ ਕੀ ਪਾਉਂਦੇ ਆ ਜੀ। ਜਦੋਂ ਤੁਸੀਂ ਹੋਰ ਗੁਰਬਾਣੀ ਨੂੰ ਪੜ੍ਹੋਗੇ, ਹੋਰ ਗੁਰਬਾਣੀ ਨੂੰ ਵਿਚਾਰੋਗੇ ਜੀ, ਹੋਰ ਤੁਸੀਂ ਦੇਖੋਗੇ ਸਤਿਗੁਰ ਜੀ ਦੇ ਘਰ ਦੇ ਵਿੱਚ ਨਾ ਜੀ ਸਾਰੇ ਧਰਮਾਂ ਨੂੰ ਥਾਂ ਆ। ਮੈਂ ਕਹਿ ਲਵਾਂ ਕਿ ਗੁਰੂ ਗ੍ਰੰਥ ਸਾਹਿਬ ਮਾਲਕ ਇੱਕ ਸਾਂਝਾ ਗੁਰੂ ਹੈ ਜੀ। ਗੁਰੂ ਗ੍ਰੰਥ ਸਾਹਿਬ ਮਾਲਕ ਇੱਕ ਸਾਂਝਾ ਗੁਰੂ ਹੈ। ਜਿਹੜੇ ਅਰਥ, ਜਿਹੜੀ ਪਰਿਭਾਸ਼ਾ ਮੈਂ ਕਹਿ ਦਵਾਂ ਗੁਰੂ ਗ੍ਰੰਥ ਸਾਹਿਬ ਨੇ ਦਿੱਤੀ ਹੈ ਜੀ, ਉਹ ਪਰਿਭਾਸ਼ਾ ਉਹਨਾਂ ਦੇ ਗ੍ਰੰਥ ਵੀ ਨਹੀਂ ਦੇ ਪਾਏ ਜੀ, ਜਿਹੜੀ ਉਹਨਾਂ ਨੇ ਦਿੱਤੀ ਹੈ। ਇੱਕ ਘਰ ਦੇ ਵਿੱਚ ਆਪਾਂ ਸ਼ਬਦ ਪੜ੍ਹਦੇ ਹਾਂ ਸਤਿਗੁਰ ਜੀ ਦਾ, ਇੱਕ ਸ਼ਬਦ ਮੈਨੂੰ ਹੋਰ ਯਾਦ ਆ ਗਿਆ। ਹੁਣ ਇਹ ਸਵਾਲ ਆਇਆ ਸੀਗਾ ਕਿ ਛੱਕੇ ਦਾ ਅਰਥ ਕੀ ਹੈ ਜੀ। ਤੁਸੀਂ ਉੱਥੇ ਪੜ੍ਹਿਓ, ਉੱਥੇ ਲਿਖਿਆ ਹੁੰਦਾ ਛੱਕਾ ਗਿਣਤੀ ਦਾ 1, ਛੱਕਾ ਗਿਣਤੀ ਦਾ 2, ਛੱਕਾ ਗਿਣਤੀ ਦਾ 3। ਉੱਥੇ ਜਿਹੜਾ ਛੱਕੇ ਦੇ ਨਾਲ 1 ਆਇਆ ਉਹਦਾ ਅਰਥ ਆ ਇਸ ਛੱਕੇ ਦੀ ਗਿਣਤੀ 1। ਦੂਜੀ ਵਾਰੀ ਛੱਕਾ ਆਇਆ ਇਸ ਛੱਕੇ ਦੀ ਗਿਣਤੀ 2, ਮਤਲਬ ਕਿ ਦੂਜੀ ਵਾਰੀ ਛੱਕਾ ਆ ਗਿਆ ਹੈ ਗੁਰਬਾਣੀ ਦੇ ਵਿੱਚ। ਛੱਕਾ ਮੀਨਸ 3, ਇਹ ਛੱਕਾ ਤੀਜੀ ਵਾਰੀ ਆ ਗਿਆ। ਹੁਣ ਛੱਕੇ ਦਾ ਅਰਥ ਕੀ ਹੈ? ਛੱਕੇ ਦਾ ਅਰਥ ਹੈ 6 ਸ਼ਬਦਾਂ ਦਾ ਸੰਗ੍ਰਹਿ। ਤੁਸੀਂ ਕਹਿ ਲਓ ਕਿ 6 ਸ਼ਬਦਾਂ ਦਾ ਇੱਕ ਸੈੱਟ, ਉਹਨੂੰ ਅਸੀਂ ਕਹਿੰਦੇ ਛੱਕਾ। ਕਈ ਥਾਵਾਂ ਦੇ ਉੱਤੇ ਜਦੋਂ ਟਾਈਮ ਦੀ ਥੋੜ੍ਹ ਹੁੰਦੀ, ਮੈਂ ਵੀਰ ਜੀ ਨਾਲ ਵੀ ਗੱਲ ਕਰਦਾ ਸੀਗਾ ਕਿ ਆਸਾ ਦੀ ਵਾਰ ਦੇ 6 ਛੱਕੇ ਪੜ੍ਹੇ ਜਾਂਦੇ ਆ ਕਿ 6 ਅੱਜ ਪੜ੍ਹ ਲਏ। ਕਿੰਨੀਆਂ ਪੌੜੀਆਂ ਜੀ ਆਸਾ ਦੀ ਵਾਰ ਦੀਆਂ? ਹਾਂਜੀ ਕਿੰਨੀਆਂ ਨੇ? 24 ਤੇ 6 ਚੌਕਾ 24। ਉਹ 4 ਦਿਨਾਂ 'ਚ ਕੰਪਲੀਟ ਕਰਦੇ ਆ। ਇੱਕ ਤਾਂ ਇਹਦਾ ਮੀਨਿੰਗ ਇਹ ਹੈ ਗੁਰੂ ਗ੍ਰੰਥ ਸਾਹਿਬ 'ਚ, ਇੱਕ ਮੀਨਿੰਗ ਹੈਗਾ ਜਿਵੇਂ ਘਰ। ਗੁਰੂ ਗ੍ਰੰਥ ਸਾਹਿਬ ਮਾਲਕ 'ਚ 17 ਘਰ ਵਰਤੇ ਗਏ ਆ। ਘਰ ਦਾ ਅਰਥ ਹੁੰਦਾ ਤਬਲੇ ਦੀ ਟਿਊਨ। ਕਿ ਤਬਲੇ ਨੇ ਜਦੋਂ ਸੈੱਟ ਕਰਦਾ ਨਾ ਵੀਰ, ਇਹ ਕਿੰਨੇਵੇਂ ਘਰ 'ਚ ਗਾਉਣਾ। ਇੱਕ ਹੁੰਦਾ ਕਾਲਾ, ਇਹ ਕਿੰਨੇਵੇਂ ਕਾਲੇ 'ਚ ਗਾਉਣਾ ਆ। ਉਹ ਕਿੰਨੇਵੇਂ ਘਰ 'ਚ ਗਾਉਣਾ ਆ, ਉਹ ਤਬਲੇ ਨਾਲ ਸੈੱਟ ਕਰਦਾ ਕਿ ਦੂਜਾ ਘਰ ਰੱਖ ਲਾ, ਤੀਜਾ ਘਰ ਰੱਖ ਲਾ। ਇੱਦਾਂ ਕਰਦੇ ਕਰਦੇ 17 ਘਰ ਨੇ। ਤੇ ਛੱਕਾ ਵੀ ਇੱਕ ਗਾਉਣ ਦੇ ਕੀਰਤਨ ਦੇ ਮੁਤਾਬਿਕ ਇੱਕ ਵਿਧੀ ਵੀ ਹੈ। ਤੇ ਦੂਜੇ ਛੱਕੇ ਦਾ ਅਰਥ ਇਹ ਹੈ ਕਿ 6 ਸ਼ਬਦਾਂ ਦਾ ਸੰਗ੍ਰਹਿ। ਠੀਕ ਹੈ ਜੀ, ਅੱਗੇ ਚਲੀਏ ਆਪਾਂ। ਹੁਣ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੇ ਅੰਦਰ ਜੀ ਅੱਜ ਕੀ ਬਣਿਆ ਸੀ ਕਿ ਸ਼ਬਦ ਪੜ੍ਹਿਆ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੇ ਜੀਆ ਘਾਏ, ਜੋਗੀ ਜੁਗਤ ਨਾ ਤਿੰਨੇ ਉਜਾੜੇ ਕਾ ਬੰਦ। ਲਓ ਜੀ, ਕਾਜੀ ਵੀ ਮਾੜਾ, ਗੁਰੂ ਗ੍ਰੰਥ ਸਾਹਿਬ ਮਾਲਕ ਜੀ ਕਹਿੰਦੇ ਭਾਈ ਜੋਗੀ ਵੀ ਮਾੜਾ ਆ ਤੇ ਬ੍ਰਾਹਮਣ ਵੀ ਮਾੜਾ। ਮਾਲਕ ਬਿਮਾਰੀਆਂ ਦੱਸਦੀਆਂ, ਕੋਈ ਦੁਨੀਆ 'ਚ ਹੋਰ ਨਹੀਂ ਹੈਗਾ, ਕੋਈ ਸਹੀ ਵੀ ਹੈਗੇ ਆ। ਹੁਣ ਗੁਰੂ ਗ੍ਰੰਥ ਸਾਹਿਬ ਮਾਲਕ ਤੋਂ ਉਪਦੇਸ਼ ਲਿਓ। ਕਾਜੀ ਖੜਾ ਲਿਆ ਸਤਿਗੁਰ ਨੇ ਆਪਣੇ ਸਾਹਮਣੇ। ਮਾਲਕ ਜੀ ਕਾਜੀ ਮੈਂ ਬਣਨਾ ਜੀ, ਸਤਿਗੁਰ ਕੀ ਕਰਾਂ? ਸਤਿਗੁਰ ਕਹਿੰਦੇ ਕਾਜੀ ਸੋ ਜੋ ਉਲਟੀ ਕਰੇ, ਗੁਰ ਪ੍ਰਸਾਦੀ ਜੀਵਤ ਮਰੇ। ਮਾਲਕ ਕਹਿੰਦੇ ਜਾ ਆਹ ਗੱਲ ਆਪਣੇ ਜੀਵਨ 'ਚ ਢਾਲ ਲੈ। ਉਲਟੀ ਮੀਨਸ ਕਿ ਦੁਨੀਆ ਦੀ ਰੀਤਾਂ ਤੋਂ ਉਲਟ ਜਾ, ਛੱਡ ਦੇ ਦੁਨੀਆ ਦੀ ਰੀਤਾਂ। ਜਿੱਦਣ ਇਹ ਤੇਰੇ ਜੀਵਨ 'ਚ ਗੱਲ ਆ ਗਈ ਤੂੰ ਕਾਜੀ ਬਣ ਗਿਆ। ਮਾਲਕ ਜੀ ਮੈਂ ਜੋਗੀ ਹਾਂ ਤੇ ਮੈਨੂੰ ਕੀ ਉਪਦੇਸ਼ ਹੈ? ਸਤਿਗੁਰ ਕਹਿੰਦੇ ਜੋਗੀ ਸੋ ਜੋ ਜੁਗਤ ਪਛਾਣੈ, ਗੁਰ ਪ੍ਰਸਾਦੀ ਏਕ ਹੋ ਜਾਣੇ। ਜਿਹੜਾ ਇੱਕ ਨੂੰ ਜਾਣਦਾ ਆ ਉਹ ਜੋਗੀ ਆ। ਸਤਿਗੁਰ ਕਹਿੰਦੇ ਆ ਆਪਣੇ ਜੀਵਨ 'ਚ ਧਾਰਨ ਕਰ ਲੈ, ਤੂੰ ਜੋਗੀ ਬਣ ਗਿਆ ਭਾਈ। ਸਤਿਗੁਰ ਠੀਕ ਹੈ ਜੀ। ਤੇ ਮਾਲਕ ਕਹਿੰਦੇ ਕਾਜੀ ਨੂੰ ਵੀ ਸਤਿਗੁਰ ਕਹਿੰਦੇ ਉਪਦੇਸ਼ ਹੈ, ਜੋਗੀ ਨੂੰ ਵੀ ਉਪਦੇਸ਼ ਹੈ। ਮਾਲਕ ਬ੍ਰਾਹਮਣ ਨੂੰ ਕੀ ਉਪਦੇਸ਼ ਹੈ? ਮਾਲਕ ਕਹਿੰਦੇ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੇ, ਆਪ ਤਰੈ ਸਗਲੇ ਕੁਲ ਤਾਰੇ। ਮਾਲਕ ਕਹਿੰਦੇ ਜੇ ਬ੍ਰਾਹਮਣ ਬਣਨਾ ਤੇ ਆ ਆਪਣੇ ਜੀਵਨ 'ਚ ਗੱਲ ਧਾਰਨ ਕਰ ਲੈ, ਤੇਰੇ ਵਰਗਾ ਦੁਨੀਆ 'ਚ ਬ੍ਰਾਹਮਣ ਕੋਈ ਨਹੀਂ ਹੋਏਗਾ। ਕਿੱਥੇ ਲਿਖਿਆ ਕਿ ਇਕੱਲਾ ਸਿੱਖਾਂ ਦਾ ਗੁਰੂ ਹੈ ਜੀ ਗੁਰੂ ਗ੍ਰੰਥ ਸਾਹਿਬ ਮਾਲਕ। ਮਾਲਕ ਜੀ ਪੰਡਤ ਜੀ ਵੀ ਆ ਰਹੇ ਨੇ, ਉਹ ਦੌੜੇ ਆ ਰਹੇ ਨੇ। ਸਤਿਗੁਰ ਪੰਡਤ ਜੀ ਨੂੰ ਵੀ ਕੀ ਉਪਦੇਸ਼ ਹੈ? ਤੁਹਾਨੂੰ ਪੰਕਤੀ ਸਾਰਿਆਂ ਨੂੰ ਯਾਦ ਹੈ। ਸੋ ਪੰਡਿਤ ਜੋ, ਸਾਰੇ ਬੋਲੋ ਜੀ, ਸੋ ਪੰਡਿਤ ਜੋ ਰਾਮ ਨਾਮ ਸਾਰ ਰਸ, ਉਸ ਪੰਡਿਤ ਕੇ। ਮਾਲਕ ਕਹਿੰਦੇ ਆ ਪੰਡਤ ਜੀ ਆ ਜਾਓ, ਬਹਿ ਜਾਓ, ਆ ਤੁਹਾਨੂੰ ਵੀ ਉਪਦੇਸ਼ ਹੈ। ਸੁਣ ਲਿਓ ਗੱਲ, ਸਤਿਗੁਰ ਵੀ ਉਪਦੇਸ਼ ਹੈ। ਮਾਲਕ ਮੈਂ ਹਿੰਦੂ ਹਾਂ ਜੀ, ਤੁਹਾਨੂੰ ਮੱਥਾ ਟੇਕ ਸਕਦਾ ਆ। ਮਾਲਕ ਜੀ ਮੈਂ ਹਿੰਦੂ ਹਾਂ, ਮੇਰੇ ਲਈ ਕੀ ਉਪਦੇਸ਼ ਹੈ?
ਸਤਿਗੁਰ ਕਹਿੰਦੇ ਬੈਠ ਤਾਂ ਸਹੀ, ਤੇਰੇ ਨਾਲ ਵੀ ਗੱਲਾਂ ਕਰਦਾ ਆ। ਮਾਲਕ ਕਹਿੰਦੇ ਹਿੰਦੂ ਕਹਿ ਕਰ ਹਿੰਦੂ ਆਵੇ ਸੂਤ, ਜਨੇਊ ਪੜ ਗਲ ਪਾਵੇ, ਨਾਤਾ ਧੋਤਾ ਕਰੇ ਬੁਰਿਆਈ। ਮਾਲਕ ਜੀ ਕਹਿੰਦੇ ਭਾਈ ਜੇ ਤੂੰ ਹਿੰਦੂ ਆ ਨਾ, ਸੂਤ ਪਾਏ ਕਰੇ ਬੁਰਿਆਈ। ਮਾਲਕ ਜੀ ਕਹਿੰਦੇ ਸੂਤ ਪਾ ਕੇ ਬੁਰਿਆਈ ਕਰਦਾ, ਨਹਾ ਧੋ ਕੇ ਬੁਰਿਆਈ ਕਰਦਾ ਆ। ਮਾਲਕ ਕਹਿੰਦੇ ਹਿੰਦੂ ਕਹਾਉਣ ਦਾ ਤੈਨੂੰ ਕੋਈ ਹੱਕ ਨਹੀਂ ਹੈ। ਤੂੰ ਫਿਰ ਕਾਹਦਾ ਹਿੰਦੂ ਆ ਭਾਈ, ਕਾਹਦਾ ਹਿੰਦੂ ਆ ਭਾਈ ਤੂੰ? ਮਾਲਕ ਜੀ ਮੈਂ ਜਨੇਊ ਪਾਉਣਾ ਆ, ਮੈਂ ਜਨੇਊ ਕਿਹੜਾ ਪਾਵਾਂ? ਤੁਹਾਨੂੰ ਸਭ ਨੂੰ ਸ਼ਬਦ ਜ਼ਿਆਦਾ। ਸਤਿਗੁਰੂ ਕਹਿੰਦੇ ਆ ਮੈਂ ਦੱਸਾਂ ਕਿ ਤੂੰ ਜਨੇਊ ਪਾ, ਤਿਲਕ ਲਾ, ਕੋਈ ਚੱਕਰ ਨਹੀਂ, ਪਰ ਜੇ ਤੇਰੇ ਜਨੇਊ ਦੇ ਪਿੱਛੇ ਆਹ ਗੁਣ ਨਹੀਂ ਖਲੋਤਾ, ਤੇਰੇ ਤਿਲਕ ਪਿੱਛੇ ਆਹ ਗੁਣ ਨਹੀਂ ਹੈ, ਤੇਰੀ ਧੋਤੀ ਦਾ ਆਹ ਗੁਣ ਨਹੀਂ ਹੈ, ਤੇਰਾ ਧਰਮੀ ਲਿਬਾਸ ਕਿਸੇ ਕੰਮ ਦਾ ਨਹੀਂ ਹੈ। ਕੀ ਹੈ ਜੀ ਸ਼ਬਦ? ਦਇਆ ਕਪਾ, ਸੰਤੋਖ ਸੂਤ, ਜਤ ਗੰਢੀ ਸੱਤ ਵਟ, ਇਹ ਜਨੇਊ ਹਾਈ ਤਾਂ ਪਾਂਡੇ ਕਾ। ਮਾਲਕ ਨੇ ਆ ਤੈਨੂੰ ਵੀ ਉਪਦੇਸ਼ ਦੇ ਦਿੱਤਾ। ਮਾਲਕ ਜੀ ਜੋਗੀ ਜੀ ਰਹਿ ਗਏ ਨੇ, ਜੋਗੀ ਜੰਗਲ ਚਲਾ ਜਾਵੇ, ਸਤਿਗੁਰ ਕਹਿੰਦੇ ਨਹੀਂ। ਮਾਲਕ ਕਹਿੰਦੇ ਕਿਹਨੇ ਕਿਹਾ ਕਿ ਜੋਗੀ ਜੰਗਲ ਜਾਵੇ? ਮੇਰਾ ਸਿੱਖ ਵੀ ਜੋਗੀ ਬਣ ਸਕਦਾ ਆ। ਮਾਲਕ ਜੀ ਕਿੱਦਾਂ? ਕੱਪੜੇ ਸੀ ਤਾਰ ਦੀਏ, ਸਤਿਗੁਰ ਦੀ ਲਿਬਾਸ ਆਪਣਾ ਆਪਣੇ ਸਰੀਰ ਤੇ ਸਵਾਹ ਮੰਨ ਲਈਏ, ਆਪਣਾ ਪਰਿਵਾਰ ਛੱਡ ਦਈਏ? ਨਹੀਂ। ਗੁਰੂ ਗ੍ਰੰਥ ਸਾਹਿਬ ਮਾਲਕ ਕਹਿੰਦੇ ਭਾਈ ਜੋਗ ਨਾ ਭਗਵੇ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਏ, ਸਤਿਗੁਰ ਕੈ ਉਪਦੇਸ਼। ਕੌਣ ਰਹਿ ਗਿਆ ਜੀ ਹੁਣ? ਮਾਲਕ ਜੀ ਮੈਂ ਰਹਿ ਗਿਆ, ਮੈਂ ਨਵਾਜ਼ਾ ਪੜ੍ਹਦਾ ਹਾਂ। ਮਾਲਕ ਕਹਿੰਦੇ ਪੜ੍ਹ। ਦੇਖੋ ਜੀ ਹਿੰਦੂ ਧਰਮ ਦੇ ਅੰਦਰ ਤੁਸੀਂ ਬਹਿ ਕੇ ਰੱਬ ਵਾਹਿਗੁਰੂ ਦੀ ਗੱਲ ਨਹੀਂ ਕਰ ਸਕਦੇ, ਉੱਧਰ ਬਹਿ ਜਾਓ ਤੁਸੀਂ ਮਸੀਤ ਵਿੱਚ, ਤੁਸੀਂ ਕੋਈ ਰਾਮ ਦੀ ਗੱਲ ਨਹੀਂ ਕਰ ਸਕਦੇ। ਤੇ ਮੇਰਾ ਮਾਲਕ ਤਾਂ ਇੱਥੋਂ ਤੱਕ ਵੀ ਕਹਿ ਗਿਆ ਬਾਬੇ ਫਰੀਦ ਬੋਲ। ਬਾਬਾ ਬੋਲਿਆ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕभी ਹੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਤੂੰ ਮਸੀਤ ਦੀ ਗੱਲ ਕਰ, ਪਰ ਮਸੀਤ ਦੇ ਪਿੱਛੇ ਇੱਕ ਦੀ ਗੱਲ ਹੋਵੇ। ਸੁਣੋ ਜੀ ਗੱਲ, ਅੱਜ ਵਿਸ਼ਾ ਸੁਣਿਓ ਧਿਆਨ ਦੇ ਨਾਲ। ਸਤਿਗੁਰ ਦੇ ਸਾਂਝਾ ਗੁਰੂ ਆ, ਤੁਸੀਂ ਕਿਉਂ ਨਹੀਂ ਲੋਕਾਂ ਨੂੰ ਦੱਸ ਸਕੇ? ਸਾਡਾ ਨਵਾਂ ਧਰਮ, ਸਾਡਾ ਸਾਂਝਾ ਧਰਮ, ਫਿਰ ਵੀ ਸਾਡਾ ਪ੍ਰਚਾਰ ਨਹੀਂ ਹੈ। ਅਸੀਂ ਦੂਜਿਆਂ ਨੂੰ ਤਾਂ ਕੀ ਸਿੱਖ ਬਣਾਉਣਾ ਸੀਗਾ, ਅਸੀਂ ਆਪਣੇ ਬੱਚਿਆਂ ਨੂੰ ਸਿੱਖੀ ਵਿੱਚ ਨਹੀਂ ਪੱਕੇ ਰੱਖ ਸਕੇ। ਸਾਡੇ ਗੁਰੂ 'ਚ ਖੋੜੀ ਖੋਟ ਹੈ ਕੋਈ? ਮਾਲਕ ਮੈਂ ਨਵਾਜ਼ਾ ਪੜ੍ਹਦਾ ਹੈ ਤੇ ਮੇਰੇ ਲਈ ਕੀ ਉਪਦੇਸ਼? ਮੈਂ ਮੁਸਲਮਾਨ ਹੈ, ਮੇਰੇ ਲਈ ਕੀ ਉਪਦੇਸ਼? ਸਤਿਗੁਰ ਕਹਿੰਦੇ ਆ ਜਾ ਭਾਈ, ਕੋਈ ਗੱਲ ਨਹੀਂ, ਮੈਂ ਸੁਣਾਵਾਂਗਾ ਤੈਨੂੰ ਭਾਈ, ਤੂੰ ਕੀ ਪੜ੍ਹਨਾ ਹੈ, ਤੂੰ ਕੀ ਬੋਲਣਾ ਹੈ। ਨਵਾਜ਼ਾ ਪੜ੍ਹ। ਤੇਰੀ ਕਿੰਨੇ ਟਾਈਮ ਦੀ ਨਵਾਜ਼ ਆ ਜੀ? ਸਤਿਗੁਰ ਮੈਂ 5 ਟਾਈਮ ਨਵਾਜ਼ ਪੜ੍ਹਦਾ। ਆ ਟਾਈਮ ਆ ਸਤਿਗੁਰ, ਆ ਨਾਮ ਹੈ। ਮਾਲਕ ਕਹਿੰਦੇ ਕੋਈ ਗੱਲ ਨਹੀਂ, 5 ਨਵਾਜ਼ਾ ਵਕਤ, 5 ਪੰਜੇ ਪੰਜਾ, 9 ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਕਰ, 5ਵੀਂ ਸਿਫਤ ਸੁਨਾਏ, ਕਰਨੀ ਕਲਮਾ ਆਖ ਕਹਿ, ਤਾ ਮੁਸਲਮਾਨ ਸਦਾਏ। ਕਹਿੰਦੇ ਤੂੰ ਮੁਸਲਮਾਨ ਮੋਮ ਦਿਲ ਹੋਵੇ। ਮਾਲਕ ਕਹਿੰਦੇ ਆਹ ਮੁਸਲਮਾਨ ਦੀ ਡੈਫੀਨੇਸ਼ਨ ਹੈ। ਜੇ ਤੇਰੇ ਅੰਦਰ ਆਹ ਗੁਣ ਹੈ ਕਿ ਤੂੰ ਮੁਸਲਮਾਨ ਆ, ਨਹੀਂ ਤਾਂ ਤੈਨੂੰ ਮੁਸਲਮਾਨ ਅਖਵਾਉਣ ਦਾ ਵੀ ਕੋਈ ਹੱਕ ਨਹੀਂ ਹੈ, ਕੋਈ ਹੱਕ ਨਹੀਂ। ਸਤਿਗੁਰ ਕਾਜੀ ਨੂੰ ਉਪਦੇਸ਼ ਦੇਤਾ, ਬ੍ਰਾਹਮਣ ਨੂੰ ਉਪਦੇਸ਼ ਦੇਤਾ, ਪੰਡਤ ਨੂੰ ਉਪਦੇਸ਼ ਦੇਤਾ, ਸਤਿਗੁਰ ਮੁਸਲਮਾਨ ਨੂੰ ਉਪਦੇਸ਼ ਦੇਤਾ, ਜੋਗੀ ਨੂੰ ਉਪਦੇਸ਼ ਦੇਤਾ। ਸਤਿਗੁਰ ਤੇਰੇ ਘਰ ਦਾ ਗਿਆਨੀ ਬਚ ਗਿਆ, ਗਿਆਨੀ ਨੂੰ ਕੀ ਉਪਦੇਸ਼ ਹੈ? ਮੈਨੂੰ ਥੋੜੀ ਬਖਸ਼ਿਆ ਮੇਰੇ ਮਾਲਕ ਨੇ। ਸਤਿਗੁਰ ਕਹਿੰਦੇ ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੇ ਬੂਝੇ ਸੋਏ, ਗੁਰ ਪ੍ਰਸਾਦ ਕਰੇ ਵਿਚਾਰ, ਸੋ ਗਿਆਨੀ ਦਰਗਾਹ ਪ੍ਰਵਾਨ। ਮਾਲਕ ਕਹਿੰਦੇ ਗਿਆਨੀ ਦੇ ਲੱਛਣ ਆ ਜੇ ਕਿਰਪਾਨ ਪਾ ਕੇ, ਚੋਲਾ ਪਾ ਕੇ ਇਹਨਾਂ ਗੱਲਾਂ ਦੇ ਉੱਤੇ ਅਮਲ ਨਹੀਂ ਕਰਦਾ, ਫਿਰ ਤੈਨੂੰ ਵੀ ਗਿਆਨੀ ਜੀ ਅਖਵਾਉਣ ਦਾ ਕੋਈ ਹੱਕ, ਬੋਲੋ ਜੀ, ਤੈਨੂੰ ਵੀ ਗਿਆਨੀ ਜੀ ਅਖਵਾਉਣ ਦਾ ਕੋਈ ਹੱਕ ਨਹੀਂ ਹੈ। ਕਿੰਨੇ ਧਰਮੀ ਖੜ ਗਏ ਜੀ ਆ ਕੇ, ਸੁਣਿਓ ਗੱਲ, ਸਾਰੇ ਧਰਮੀ ਖੜੇ ਆ, ਬ੍ਰਾਹਮਣ ਖੜਾ, ਕਾਜੀ ਖੜਾ, ਮੁੱਲਾ ਖੜਾ। ਮਾਲਕ ਕਹਿੰਦੇ ਮੁੱਲੇ ਦੀ ਗੱਲ ਵੀ ਕੀਤੀ ਹੈ, 100 ਮੁੱਲਾ ਜੋ ਮਨ ਸਿਓ ਲੜੈ। ਸੁਣਿਓ ਜੀ, ਕਹਿੰਦੇ 100 ਮੁੱਲਾ ਜੋ ਮਨ ਸਿਓ ਲੜੇ। ਕਹਿੰਦੇ ਮੁੱਲਾ ਉਹ ਜਿਹੜਾ ਆਪਣੇ ਮਨ ਨਾਲ ਲੜਦਾ ਹੈ, ਉਹ ਮੁੱਲਾ ਹੈ। ਹੁਣ ਸਾਰੇ ਧਰਮੀ ਬੈਠੇ ਸੀਗੇ ਜੀ, ਸਤਿਗੁਰ ਕਾਜੀ ਨੂੰ ਉਪਦੇਸ਼ ਦੇਤਾ, ਮੈਨੂੰ ਆ ਬਾਹਮਣ ਨੂੰ ਉਪਦੇਸ਼ ਦੇਤਾ, ਮਾਲਕ ਜੀ ਆ ਤੁਸੀਂ ਗਿਆਨੀ ਨੂੰ ਉਪਦੇਸ਼ ਦੇਤਾ। ਆ ਜਿਹੜੇ ਆਮ ਲੋਕ ਆ, ਜਿਹੜੇ ਧਰਮੀ ਪਹਿਰਾਵਾ ਨਹੀਂ ਪਾਉਂਦੇ, ਸਤਿਗੁਰ ਮਸੀਤ ਬੈਠਣ ਵਾਲੇ ਨੂੰ ਉਪਦੇਸ਼ ਦੇਤਾ, ਮੰਦਰ ਰਹਿਣ ਵਾਲੇ ਨੂੰ ਉਪਦੇਸ਼ ਦੇਤਾ, ਗੁਰਦੁਆਰੇ ਰਹਿਣ ਵਾਲੇ ਨੂੰ। ਤੇ ਮਾਲਕ ਆਮ ਲੋਕਾਂ ਵਾਸਤੇ ਸਤਿਗੁਰ ਕਹਿੰਦੇ ਇਹਨਾਂ ਦੀ ਗੱਲ ਵੀ ਕਰਦੇ, ਇਹਨਾਂ ਨੂੰ ਵੀ ਲਿਆ, ਲਓ ਜੀ ਇਹ ਵੀ ਖੜਾ ਲੈ। ਆਮ ਲੋਕ, ਆਮ ਸੰਗਤ,
ਤੇ ਸਤਿਗੁਰ ਨੇ ਫਿਰ ਬੜਾ ਲਪੇਟਿਆ ਜੀ। ਸੁਣਿਓ ਸੱਚਾਈ, ਜਿਹੜੀ ਗੱਲਾਂ ਸਤਿਗੁਰ ਕਈ ਸਾਲਾਂ ਪਹਿਲਾਂ ਕਹਿ ਕੇ ਅੱਜ ਸੱਚ ਨੇ। ਮਾਲਕ ਕਹਿੰਦੇ ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸਿਆਦ, ਸੀਲ ਸੰਜਮ ਸੁਚ ਭੰਨੀ, ਖਾਣਾ ਖਾਜ ਆਹਾਜ, ਕਹਿੰਦੇ ਸ਼ਰਮ ਗਿਆ ਕਰ ਆਪਣੇ, ਪਤ ਉੱਠ ਚੱਲੀ ਨਾਲ ਨਾਨਕ। ਸਤਿਗੁਰ ਜੀ ਕਹਿੰਦੇ ਸੱਚਾ ਏਕ ਹੈ ਔਰ ਨਾ ਸੱਚਾ ਭਾਲ। ਮਾਲਕ ਜੀ ਮੈਂ ਕੋਈ ਧਰਮੀ ਬੰਦਾ ਨਹੀਂ ਹੈ, ਮੈਂ ਤਾਂ ਆਮ ਬੰਦਾ, ਮੈਨੂੰ ਦੱਸਿਓ ਅਰਥ ਕੀ ਆ। ਮਾਲਕ ਕਹਿੰਦੇ ਬੈਠ ਫਿਰ। ਇਹ ਤਾਂ ਧਰਮੀ ਸੀ ਨਾ, ਇਹਨਾਂ ਨੂੰ ਮੈਂ ਥੋੜੀ ਪੰਕਤੀਆਂ ਦੱਸੀਆਂ, ਧਰਮੀ ਸੀਗੇ, ਪੜ੍ਹੇ ਲਿਖੇ, ਸਮਝ ਗਏ। ਮਾਲਕ ਮੈਂ ਤਾਂ ਸਿੰਪਲ ਦਾ ਬੰਦਾ, ਮੈਨੂੰ ਦੱਸੋ ਜੀ ਕੀ ਹੈ। ਮਾਲਕ ਕਹਿੰਦੇ ਬੈਠ। ਹੁਣ ਸਤਿਗੁਰ ਸਮਝਾਉਂਦੇ, ਕਹਿੰਦੇ ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸਿਆਦ, ਕਹਿੰਦੇ ਪੁਰਸ਼ ਬਣ ਗਏ ਨੇ ਜ਼ੁਲਮ ਕਰਨ ਵਾਲੇ ਬੰਦੇ। ਪੁਰਸ਼ ਕੀ ਬਣ ਗਏ ਆ ਜੀ? ਜ਼ੁਲਮ ਕਰਨ ਵਾਲੇ ਬੰਦੇ। ਤੇ ਉਹਨਾਂ ਦੀਆਂ ਘਰ ਵਾਲੀਆਂ ਨਾਰਾ ਉਹਨਾਂ ਦੀਆਂ ਸਲਾਹਕਾਰ ਬਣ ਗਈਆਂ। ਕਿਹਨੂੰ ਨਹੀਂ ਪਤਾ ਜੀ, ਕਿਸ ਘਰ ਵਾਲੀ ਨੂੰ ਨਹੀਂ ਪਤਾ ਕਿ ਮੇਰੇ ਘਰ ਵਾਲੇ ਦੀ ਕਮਾਈ 1 ਨੰਬਰ ਦੀ ਹੈ ਕਿ 2 ਨੰਬਰ ਦੀ। ਪਤਾ ਹੀ ਹੈ ਜੀ, ਮੇਰੀ ਤਨਖਾਹ ਮੰਨ ਲਓ 7000 ਰੁਪਈਆ ਤੇ ਮੈਂ ਹੁਣ ਘਰੇ ਮਹੀਨੇ ਦਾ ਲੱਖ ਰੁਪਈਆ ਗੇਰੂੰਗਾ ਤੇ ਦਲੀਤ ਸਵਾਲ ਨਹੀਂ ਮੈਨੂੰ ਕਰੂੰਗੀ ਲੱਖ ਰੁਪਈਆ ਕਿੱਥੋਂ ਲੈ ਕੇ ਆਏ ਜੀ। ਇਹਦਾ ਮਤਲਬ ਤੁਸੀਂ ਕੋਈ ਮਾੜਾ ਕੰਮ ਕੀਤਾ। ਗੱਲ ਸਮਝੋ ਮੇਰੀ ਜੀ। 7 ਦੇ ਵਿੱਚੋਂ ਮੈਂ ਮੰਨ ਲਓ ਮਹੀਨੇ ਦਾ ਕਰਦਾ 15000 ਕਮਾ ਸਕਦਾ, ਮੇਰੀ ਏਡੀ ਕਿ ਲਿਮਿਟ ਹੈ। ਮੈਂ ਲੱਖ ਰੁਪਈਆ ਕਿੱਥੋਂ ਲਿਆ ਰਿਹਾ ਮਹੀਨਾ ਟੂ ਮਹੀਨਾ? ਸੁਣਿਓ ਜੀ ਗੱਲ ਧਿਆਨ ਨਾਲ, ਲੱਖ ਰੁਪਈਆ ਮੈਂ ਦਲੀਤ ਨੂੰ ਦੱਸਿਆ ਕਿ ਮੈਂ ਨਾ ਹੁਣ ਗੋਲਕ ਚੋਰੀ ਕਰਨ ਲੱਗ ਗਿਆ। ਨੋਟ ਕਰਿਓ ਜੀ, ਮੈਂ ਹੁਣ ਗੋਲਕ ਚੋਰੀ ਕਰਨ ਲੱਗ। ਦਲੀਤ ਨੇ ਕੀ ਕਿਹਾ ਵੀ ਆਪਣਾ ਤਾਂ ਲੱਖ ਬਣਦਾ ਜੀ, ਆਪਾਂ ਕੀ ਲੈਣਾ ਹੈ। ਤੁਸੀਂ ਗੋਲਕ ਚਾਹੇ 3 ਚੱਕ ਲਓ, 3 ਪਈਆਂ ਨਾ, 3 ਹੀ ਚੱਕ ਲਓ। ਮੈਂ ਜ਼ੁਲਮੀ ਸੀਗਾ ਤੇ ਮੇਰੇ ਜ਼ੁਲਮੀ ਦੇ ਨਾਲ ਮੇਰੀ ਸਲਾਹਕਾਰ ਕੌਣ ਬਣ ਗਈ? ਮੇਰੀ ਘਰ ਵਾਲੀ। ਕਿਸ ਘਰ ਵਾਲੀ ਨੂੰ ਨਹੀਂ ਪਤਾ ਕਿ ਮੇਰੇ ਘਰ ਵਾਲੀ ਦੀ ਕਮਾਈ ਕਿੱਦਾਂ ਦੀ। ਮਾਲਕ ਕਹਿੰਦੇ ਆ ਇਹਨਾਂ ਦਾ ਹਾਲ ਹੈ, ਆ ਇਹਨਾਂ ਦਾ ਹਾਲ ਹੈ। ਦਾਰੂ ਵੇਚਦਾ ਜੀ ਮੇਰਾ ਘਰ ਵਾਲਾ, ਘਰ ਵਾਲੀ ਨੂੰ ਪਤਾ, ਉਹਨੇ ਕਦੇ ਨਹੀਂ ਕਿਉਂ ਅੱਲਾ ਦੇ ਬੰਦੇ ਅੱਲਾ ਨੂੰ ਜਾਣ ਦੇਣੀ ਹੈ, ਕਿਉਂ ਕਿਸੇ ਨੇ ਮੁੰਡਿਆਂ ਨੂੰ ਦਾਰੂ ਤੇ ਲਾ ਰਿਹਾ ਹੈ। ਚਿੱਟਾ ਵੇਚਦਾ ਜੀ ਮੇਰਾ ਘਰ ਵਾਲਾ, ਕੋਠੀ ਪੈ ਗਈ, ਕਾਰ ਪੈ ਗਈ, ਵਧੀਆ ਕੱਪੜੇ ਮਿਲ ਗਏ, ਕਦੇ ਨਹੀਂ ਕਿਹਾ ਉਹ ਖੁਦਾ ਦੇ ਬੰਦਿਆ ਖੌਫ ਕਰ, ਕਿਉਂ ਜਵਾਨੀ ਤੂੰ ਐਵੇਂ ਲੋਕਾਂ ਦੇ ਬੱਚੇ ਮਰਵਾਦੇ ਆ, ਆਪਣੇ ਘਰ ਵੀ ਬੱਚੇ ਆ। ਨਹੀਂ, ਮਾਫ ਕਰੋ, ਘਰ ਵਾਲਾ ਗਲਤ ਕੰਮ ਕਰਦਾ, ਹਿੱਕ ਠੋਕ ਕੇ ਜਨਾਨੀ ਨਹੀਂ ਕਹਿੰਦੀ ਕਿ ਤੁਹਾਡੀ ਕਮਾਈ ਗਲਤ ਹੈ, ਮੈਨੂੰ ਐਸੀ ਕਮਾਈ ਨਹੀਂ ਚਾਹੀ, ਮੈਂ ਦਾਲ ਨਾਲ ਰੋਟੀ ਖਾ ਲੂੰਗੀ ਪਰ ਹੱਕ ਹਲਾਲ ਦੀ ਖਾਣੀ ਹੈ। ਸਾਡੇ ਘਰ ਦੀ ਗੱਲ ਕਰ ਗਿਆ ਬਾਬਾ ਗੁਰੂ ਗ੍ਰੰਥ ਸਾਹਿਬ ਮੱਲ। ਕਹਿੰਦੇ ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸਿਆਦ। ਸੁਣਿਓ, ਜਿੱਦਣ ਦਾਜ ਦੀ ਗੱਲ ਉੱਠਦੀ ਹੈ, ਨੌ ਸੱਸ ਕਹਿੰਦੀ ਹੈ ਨੋ ਆ ਲੈ ਕੇ ਆ, ਉਹ ਲੈ ਕੇ ਆ, ਉਦਣ ਬੰਦੇ ਦੀ ਬੋਲਤੀ ਬੰਦ ਹੁੰਦੀ। ਉਹ ਕਹਿ ਨਹੀਂ ਸਕਦਾ ਕਿ ਨਹੀਂ ਸਾਡੇ ਘਰ ਵੀ ਇੱਕ ਧੀ ਆ, ਉਹ ਵੀ ਸਾਡੇ ਘਰ ਧੀ ਆਉਣੀ ਆ, ਅਸੀਂ ਕਿਸੇ ਦੇ ਉੱਤੇ ਐਵੇਂ ਕਰਜ਼ੇ ਦਾ ਬੋਝ ਨਹੀਂ ਪਾਉਣਾ। ਦੋਨੇ ਮੀਆਂ ਬੀਬੀ ਸ਼ਾਮ ਨੂੰ ਸਲਾਹ ਕਰਦੇ ਆ, ਤੇਰੀ ਉਂਗਲੀ ਕਿੱਡੀ ਕੁ ਮੋਟੀ ਹੈ, ਦੇਖਾਂ ਆਪਾਂ ਨੂੰ ਕਹਿਣਾ ਇੰਨਾ ਸਹਿਜ ਆ, ਮੇਰੇ ਗਲ ਦੀ ਚੈਨੀ ਕਿੱਡੀ ਬੜੀ ਹੋਣੀ ਹੈ। ਅਸੀਂ ਬੈਠ ਕੇ ਸਲਾਮਾਂ ਕਰਦੇ ਹਾਂ ਤੇ ਗੱਲਾਂ ਅਸੀਂ ਬਾਬੇ ਨਾਨਕ ਦੇ ਘਰ ਦੀਆਂ ਕਰਦੇ ਹਾਂ, ਗੱਲਾਂ ਅਸੀਂ ਪ੍ਰਕਾਸ਼ ਦਿਹਾੜੇ ਦੇ ਕਰਦੇ ਹਾਂ। ਅੱਜ ਪ੍ਰਣ ਕਰਕੇ ਜਾਇਓ, ਉਦਣ ਪ੍ਰਕਾਸ਼ ਹੈ ਜਿੱਦਣ ਕਹੋਗੇ ਕਿ ਅਸੀਂ ਧੀ ਲੈਣੀ ਹੈ, ਅਸੀਂ ਨੌ ਨਹੀਂ ਲੈਣੀ ਹੈ। ਅਸੀਂ ਬੋਲੋ ਜੀ, ਅਸੀਂ ਬੋਲੋ, ਅਸੀਂ ਧੀ ਲੈਣੀ ਹੈ, ਅਸੀਂ ਨੌ ਨਹੀਂ ਲੈਣੀ ਹੈ। ਜਿੱਦਾਂ ਦੀ ਅਸੀਂ ਆਪਣੀ ਧੀ ਤੋਰੀ ਉੱਦਾਂ ਦੀ ਨਹੁੰ ਲੈਣੀ ਹੈ। ਅਸੀਂ ਜੇ ਦਾਜ ਦਾ ਟਰੱਕ ਭਰ ਕੇ ਨਹੁੰ ਲਿਆਏਗੀ ਨਾ ਜੀ, ਫਿਰ ਮਾਫ ਕਰਿਓ, ਫਿਰ ਰੋਟੀ ਦੀ ਉਮੀਦ ਉਹਦੇ ਤੋਂ ਵੀ ਛੱਡ ਦਿਓ। ਉਹਦੇ ਬਾਪ ਨੇ ਫਾਹਾ ਲੈ ਕੇ ਮਰਨਾ ਸਾਲ 2 ਸਾਲ ਨੂੰ, ਤੁਸੀਂ ਉਹਦੇ ਬਾਪ ਦੇ ਕਾਤਲ ਹੋ, ਤੁਸੀਂ ਫਿਰ ਕਹਿੰਦੇ ਮੈਨੂੰ ਨਹੁੰ ਮੇਰੀ ਰੋਟੀ ਦੇ ਦੇਵੇ। ਸੁਣਿਓ ਨਾ ਅਰਥ ਕੀ ਹੈ। ਬਾਪੂ ਕਹਿੰਦਾ ਤੂੰ ਆਮ ਬੰਦਾ ਆ ਤਾਂ ਤੇਰੇ ਤੇ ਟਾਈਮ ਲਾਉਣਾ ਆ। ਧਰਮੀਆਂ ਨੂੰ ਸਮਝਾਤਾ, ਹੁਣ ਤੇਰੀ ਵਾਰੀ ਹੈ। ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸਿਆਦ। ਸੀਲ, ਸੀਲ ਦਾ ਅਰਥ ਸੀ ਮਿੱਠਾ ਸੁਭਾਓ, ਸੰਜਮ ਜੀਵਨ ਜੁਗਤ, ਸੀਲ ਸੰਜਮ ਸੁੱਚ ਭੰਨੀ। ਤੇਰੇ ਜੀਵਨ 'ਚ ਤਾਂ ਕੋਈ ਸੁੱਚਤਾ ਨਹੀਂ ਰਹੀ ਹੈਗੀ, ਕੋਈ ਸੁੱਚਾਪਣ ਨਹੀਂ ਹੈ। ਖਾਣਾ ਖਾਜ ਆਹਾਜ, ਅੱਜ ਕੀ ਖਾ ਰਿਹਾ ਆ, ਕੀ ਖਾ ਰਹੇ ਆ ਅੱਜ ਖਾਣ ਵਾਲੀ ਚੀਜ਼ਾਂ। ਇਹ ਤਾਂ ਆਪਾਂ ਸੁਣਿਆ, ਆਪਾਂ ਦੇਖਿਆ ਕਿ ਮੁੰਡੇ ਦਾਰੂ ਪੀਂਦੇ ਆ ਜੀ, ਮੁੰਡੇ ਬੀੜੀਆਂ ਪੀਂਦੇ ਆ। ਮਾਫ ਕਰਿਓ, ਅੱਜ ਬੜੀ ਸ਼ਰਮ ਆਉਂਦੀ ਆ ਉਦੋਂ ਪੰਜਾਬੀਆਂ ਦੀ ਕੁੜੀਆਂ ਵੀ ਦਾਰੂ ਪੀਂਦੀਆਂ ਦੇਖੀਆਂ, ਪੀਂਦੀਆਂ ਜੀ, ਬੀੜੀਆਂ ਪੀਂਦੀਆਂ ਦੇਖੀਆਂ। ਆਹ ਸਿੱਖਿਆ ਤੁਸੀਂ? ਹਾਲੇ 70 ਸਾਲ ਹੋਇਆ ਤੁਹਾਨੂੰ ਆਪਣਾ ਲੱਕ ਤੋੜਾ ਕੇ ਆਏ ਆਪਾਂ 47 'ਚ। ਕਿਉਂ ਭੱਜੇ ਸੀਗੇ ਆਪਣੇ? ਕਦੇ ਬੈਠ ਕੇ ਬਜ਼ੁਰਗਾਂ ਨੂੰ ਪੁੱਛੋ ਕਿਉਂ ਪਾਕਿਸਤਾਨ ਛੱਡਿਆ? ਉਹ ਕਹਿੰਦੇ ਤਾਂ ਛੱਡਿਆ ਸੀਗਾ, ਇਹਨਾਂ ਨੇ ਸਰਦਾਰ ਮਾਰ ਦੇਣੇ ਆ ਦਾੜੀ ਬਚਾਉਣ ਵਾਸਤੇ, ਆ ਪੱਗ ਬਚਾਉਣ ਵਾਸਤੇ, ਆਪਣੀ ਧੀਆਂ ਦੀ ਇੱਜ਼ਤਾਂ ਬਚਾਉਣ ਵਾਸਤੇ ਅਸੀਂ ਪਾਕਿਸਤਾਨ ਛੱਡ ਕੇ ਆਏ ਆ, ਤੇ ਇੱਥੇ ਆ ਕੇ ਕਿਹੜੇ ਬਚਾ ਲਈਆਂ?
ਦਾੜੀਆਂ ਸੀ ਕਟਾ ਲਈਆਂ, ਸਾਡੇ ਮੁੰਡਿਆਂ ਨੇ ਪੱਗਾਂ ਲੁਹਾ ਲੀਆਂ, ਇੱਜ਼ਤਾਂ ਸੀ ਰੋਲੀ ਫਿਰਦੇ ਆ, ਤੇ ਅਸੀਂ ਕਾਹਦਾ ਫਿਰ ਛੱਡਿਆ ਪਾਕਿਸਤਾਨ। ਮੈਂ ਨਹੀਂ ਕਹਿ ਰਿਹਾ ਜੀ, ਮੇਰੇ ਪਰ ਨਾ ਲਿਓ ਗੱਲ। ਸੀਲ ਸੰਜਮ ਸੁੱਚ ਭੰਨੀ, ਕਹਿੰਦੇ ਕੁਝ ਵੀ ਨਹੀਂ ਤੇਰੇ ਜੀਵਨ ਚ ਰਿਹਾ, ਖਾਣਾ ਖਾਜ ਆਹਾਜ, ਸ਼ਰਮ ਗਈ ਘਰ ਆਪਣੇ। ਸ਼ਰਮ ਗਈ, ਜਿੱਥੇ ਸ਼ਰਮ ਨਹੀਂ ਹੋਏਗੀ ਉੱਥੇ ਇੱਜ਼ਤ ਨਹੀਂ ਹੋਏਗੀ, ਜਿੱਥੇ ਸ਼ਰਮ ਹੈ ਉੱਥੇ ਇੱਜ਼ਤ ਹੈ। ਜਦੋਂ ਸ਼ਰਮੇ ਉੱਡ ਗਈ ਤੇ ਫਿਰ ਇੱਜ਼ਤ ਵੀ ਨਾਲੇ ਭੱਜ ਗਈ। ਕਹਿੰਦੇ ਸ਼ਰਮ ਗਈ ਘਰ ਆਪਣੇ, ਪੱਤ ਉੱਠ ਚੱਲੀ ਨਾਲ। ਕਹਿੰਦੇ ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਪਾਲ। ਇੱਕ ਸੱਚਾ ਹੈ, ਇੱਕ ਨਾਲ ਜੁੜ ਜਾ। ਮਾਲਕ ਨੇ ਸਾਰੇ ਇਕੱਠੇ ਕਰ ਲਏ ਜੀ, ਧਰਮੀ ਵੀ ਲੈ ਲੇ, ਆਮ ਬੰਦੇ ਵੀ ਲੈ ਲੇ। ਕੱਲੀ ਅੰਦਰ ਨਾਨਕਾ ਜਿੰਨਾ ਕਾ ਉਤਾਰ, ਪੁੱਤ ਜਨੂਰਾ ਤੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਇਹ ਮੈਂ ਕੱਲ ਤਾਂ ਤੁਹਾਨੂੰ ਉਪਦੇਸ਼ ਦਿੱਤੇ ਆ ਜੀ ਕਿ ਗੁਰੂ ਗ੍ਰੰਥ ਸਾਹਿਬ ਮਾਲਕ ਕੱਲਾ ਸਿੱਖਾਂ ਦਾ ਨਹੀਂ ਹੈ, ਇੱਥੇ ਸਤਿਗੁਰ ਨੇ ਸਾਰਿਆਂ ਨੂੰ ਇਕੱਠੇ ਕਰਕੇ ਝੋਲੀ 'ਚ ਉਪਦੇਸ਼ ਪਾਏ ਆ। ਆਹ ਤੇਰਾ ਉਪਦੇਸ਼ ਹੈ, ਆਹ ਤੇਰਾ ਸਾਰਾ ਕੁਛ ਹੈ, ਸਿਰਫ ਉਪਦੇਸ਼। ਸੁਣਿਓ ਗੱਲ, ਧੀ ਦਾ ਵਿਆਹ ਕਰਨ ਲੱਗਿਆ ਜੀ ਕੋਈ, ਕਹਿੰਦੇ ਪੰਡਤ ਜੀ ਨੂੰ ਬੁਲਾ ਲਓ, ਬਾਹਮਣ ਜੀ ਨੂੰ ਬੁਲਾ ਲਓ, ਕਰ ਲਓ ਜੀ ਗੱਲ। ਕੀ ਕਰਨਾ ਜੀ, ਮੇਰੀ ਧੀ ਮੰਗਲੀਕ ਹੈ। ਇਹ ਤੁਸੀਂ ਦੇਖੋ ਜੀ, ਹੁਣ ਤੁਸੀਂ ਮੰਨੋ ਚਾਹੇ ਨਾ ਮੰਨਿਓ, ਇਹ ਸਾਡੇ ਪੰਜਾਬ 'ਚ ਵੀ ਹੋ ਰਿਹਾ। ਮੰਗਲੀਕ ਹੈ ਜੀ ਮੇਰੀ ਧੀ। ਹੁਣ ਜੇ ਮੰਗਲੀਕ ਦਾ ਵਿਆਹ ਕਿਹਦੇ ਨਾਲ ਹੋਣਾ ਜੀ, ਮੰਗਲੀਕ ਨਾਲ। ਇਹੀ ਹੈ ਜੀ। ਸੁਣਿਓ ਅਗਲੀ ਗੱਲ ਜਿਹੜੀ ਬੜੀ ਕੌੜੀ ਲੱਗਣੀ ਹੈ। ਤੇ ਬਾਹਮਣ ਪਤਾ ਕੀ ਕਹਿੰਦਾ, ਕਹਿੰਦਾ ਜੀ ਜੇ ਤੁਸੀਂ ਆਪਣਾ ਮੰਗਲੀਕ ਪਰਾਂ ਉਤਾਰਨਾ ਹੈ ਨਾ, ਫਿਰ ਤੁਹਾਡੀ ਧੀ ਦੇ 2 ਵਿਆਹ ਕਰਨੇ ਪੈਣੇ। ਸੁਣੀਏ ਜੀ ਖਬਰਾਂ ਤੁਸੀਂ, ਕਦੇ ਕੁੱਤੇ ਨਾਲ ਵਿਆਹਤੀ ਧੀ ਨੂੰ, ਕਦੇ ਪੀਪਲ ਨਾਲ ਵਿਆਹਤੀ। ਉਹ ਸ਼ਰਮ ਕਰੋ, ਕਿੱਧਰ ਤੁਰ ਗਏ ਗੁਰੂ ਨਾਨਕ ਦੇ ਸਿੱਖੋ, ਮੰਗਲੀਕ ਤੇ ਚੱਕਰਾਂ 'ਚ ਬਹਿ ਗਏ ਹੋ। ਤੂੰ ਪ੍ਰਕਾਸ਼ ਨਹੀਂ ਲਿੱਤਾ, ਗਣ ਗਣ ਜੋ ਤੱਕ ਕਾਂਡੀ ਕੀਨੀ, ਪੜੇ ਸੁਣਾਵੇ ਤਤ ਨਾ ਚੀਨੀ, ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋ ਹੈ ਸਗਲੀ ਸ਼ਾਰ। ਮਾਲਕ ਨੇ ਤਾਂ ਪਹਿਲਾਂ 9 ਸਾਲ ਦੀ ਉਮਰ 'ਚ ਪੰਡਤ ਨੂੰ ਕਿਹਾ ਤੇਰਾ ਦਰਵਾਜ਼ਾ ਖੁੱਲ੍ਹਾ, ਮਿੱਤਰਾ ਬਾਹਰ ਚਲਾ ਜਾ, ਮੈਨੂੰ ਤੇਰੀ ਕਦੇ ਲੋੜ ਨਹੀਂ ਪੈਣੀ, ਤੈਨੂੰ ਕਦੇ ਮੇਰੀ ਲੋੜ ਪੈਗੀ ਆ ਜੀ। ਅੱਜ ਤੱਕ ਗੁਰੂ ਨਾਨਕ ਦਾ ਇਤਿਹਾਸ ਪੜ੍ਹ ਲਿਓ, 239 ਸਾਲਾਂ ਤੱਕ ਗੁਰੂ ਨਾਨਕ ਦੇ ਘਰ ਨੂੰ ਕਦੇ ਵੀ ਬਾਹਮਣ ਦੀ ਲੋੜ ਨਹੀਂ ਪਈ। 9ਵੇਂ ਜਾਮੇ 'ਚ ਫੇਰ ਪੰਡਤਾਂ ਨੂੰ ਆ ਕੇ ਲੋੜ ਪਈ, ਗੁਰੂ ਨਾਨਕ ਦਾ ਘਰ ਫੇਰ ਆਪਣੀ ਸ਼ਹੀਦੀ ਦੇਣ ਵਾਸਤੇ ਤਿਆਰ ਹੋ ਗਿਆ। ਤੈਨੂੰ ਲੋੜ ਪੈ ਸਕਦੀ ਆ, ਮੈਨੂੰ ਨਹੀਂ ਪੈਂਦੀ। ਬਾਬੇ ਨੇ ਇੱਕ ਠੋਕ ਕੇ ਕਿਹਾ ਸੀਗਾ, ਮੈਨੂੰ ਲੱਗਦਾ ਕਿ ਅੱਜ ਬਾਬੇ ਨਾਨਕ ਦੀਆਂ ਅੱਖਾਂ ਵਿੱਚ ਸ਼ਰਮ ਨਾਲ ਨੀਵੀਆਂ ਹੋ ਗਈਆਂ, ਜਦੋਂ ਸਿੱਖਾਂ ਦੇ ਬੱਚੇ ਹੋ ਕੇ ਅਸੀਂ ਖੰਬਣੀਆਂ ਤੇ ਯਕੀਨ, ਅਸੀਂ ਤਵੀਤਾਂ ਤੇ ਯਕੀਨ, ਅਸੀਂ ਹੱਥ ਦਿਖਾਉਣ ਲੱਗੇ, ਆਪਣੇ ਧੀਆਂ ਪੁੱਤਰਾਂ ਦੇ ਕੁੰਡਲੀਆਂ ਦਿਖਾਉਣ ਲੱਗੇ। ਆਪਾਂ ਚੱਲੇ ਹਾਂ ਜੀ ਪ੍ਰਕਾਸ਼ ਦਿਹਾੜਾ ਮਨਾਉਣ ਵਾਸਤੇ। ਜੀਵਨ 'ਚ ਪ੍ਰਕਾਸ਼ ਤਾਂ ਬੋਲੋ ਜੀ ਹੋਇਆ ਹੀ ਨਹੀਂ। ਹਰ ਇੱਕ ਵਿਸ਼ੇ ਤੇ ਗੁਰੂ ਨਾਨਕ ਬੋਲਿਆ, ਹਰ ਇੱਕ ਵਿਸ਼ੇ ਤੇ ਗੁਰੂ ਗ੍ਰੰਥ ਸਾਹਿਬ ਬੋਲਿਆ। ਬੈਠ ਕੇ ਕਦੇ ਗੱਲਾਂ ਤਾਂ ਕਰਕੇ ਦੇਖੋ, ਕਦੇ ਬੈਠੋ ਤਾਂ ਸਹੀ, ਬਾਪੂ ਨੇ ਸਮਝਾਇਆ ਕੀ ਸੀ, ਕੀ ਸਾਡੀ